हम ना सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जीओ। हुतो दायरे मह दरवेश, जिसको निश्चय ज्ञान विशेष। बोलन सुन बिलोक बो कीन, दारिश को चीन तिन लीन। वाहिगुरु जी का खालसा, वाहिगुरु जी की फतेह। परम सन्मान जो गुरु रूप गुरु खालसा साध संगत जी, सतगुਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਸਫਲੀਆਂ ਕਰ ਰਹੇ ਹੋ। ਗੁਰੂ ਕਾ ਪਾਵਨ ਪਵਿੱਤਰ ਇਤਿਹਾਸ ਹਰ ਰੋਜ਼ ਸ਼ਾਮਾਂ ਦੇ ਦੀਵਾਨ ਵਿੱਚ ਆਪ ਜੀ ਸਰਵਣ ਕਰਦੇ ਹੋ। ਕੱਲ੍ਹ ਆਪਾਂ ਸਰਵਣ ਕੀਤਾ ਸੀ ਦਾਰਾ ਸ਼ਿਕੋ ਜੋ ਜੰਗ ਵਿੱਚ ਹਾਰ ਗਿਆ ਸੀ, ਔਰ ਸਾਧ ਸੰਗਤ ਜੀ ਅਖੀਰ ਆਪਣਾ ਸਾਰਾ ਕੁਝ ਆਪਣੇ ਸਾਥੀਆਂ ਨੂੰ ਵੰਡ ਕੇ ਫਕੀਰ ਬਣ ਕੇ ਇੱਕ ਨੌਕਰ ਸਮੇਤ ਪੁਆਧ ਦੇ ਜ਼ਿਲ੍ਹੇ ਅੰਬਾਲੇ ਦੇ ਇਲਾਕੇ ਵਿੱਚ ਆਇਆ ਸੀ। ਕੁਝ ਵਿਦਵਾਨਾਂ ਦਾ ਜਾਂ ਬਜ਼ੁਰਗਾਂ ਦਾ ਉੱਡਵਾਂ ਖਿਆਲ ਸੁਣਿਆ ਹੈ ਕਿ ਚੰਡੀਗੜ੍ਹ ਖਰੜ ਦੇ ਇਲਾਕੇ ਵਿੱਚ ਕੋਈ ਡੇਰੇ ਵਿੱਚੋਂ ਇਹ ਫੜਿਆ ਗਿਆ ਸੀ। ਪੱਕਾ ਤਾਂ ਨਿਸ਼ਚਿਤ ਨਹੀਂ ਪਤਾ, ਪਰ ਕੁਛ ਸੁਣਿਆ ਹੈ ਬਈ ਇਸ ਇਲਾਕੇ ਵਿੱਚ ਕਿਤੇ ਕੋਈ ਮਹਾਂਪੁਰਸ਼ਾਂ ਦਾ ਤਕੀਆ ਸੀ। ਉੱਥੇ ਆਇਆ ਅਤੇ ਆਪਣੇ ਨੌਕਰ ਨੂੰ ਨਾਲ ਲੈ ਕੇ ਘੋੜੇ ਤੋਂ ਉਤਰਿਆ। ਸੰਤਾਂ ਦੇ ਡੇਰੇ ਵਿੱਚ ਮੁਸਲਮਾਨ ਫਕੀਰਾਂ ਦਾ ਤਕੀਆ ਸੀ, ਦਾਇਰਾ ਸੀ। ਉਸ ਦਾਇਰੇ ਵਿੱਚ ਉਤਰਿਆ ਔਰ ਨੌਕਰ ਉਹਦਾ ਨਾਲ ਮਦਦ ਕਰ ਰਿਹਾ ਸੀ। ਇਹ ਅੱਗ ਬਾਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਚੁੱਲ੍ਹੇ 'ਚ ਅੱਗ ਬਾਲਣ ਲੱਗਿਆਂ ਫੂਕ ਮਾਰੀ, ਚੁੱਲ੍ਹੇ ਦੀ ਸਵਾਹ ਉੱਡ ਕੇ ਦਾੜੀ 'ਤੇ ਪੈ ਗਈ। ਨੌਕਰ ਵਾਪਸ ਆਇਆ, ਉਹਨੇ ਵੇਖਿਆ ਹਿੰਦੁਸਤਾਨ ਦਾ ਬਾਦਸ਼ਾਹ, ਸ਼ਹਿਨਸ਼ਾਹ ਦਾ ਪੁੱਤਰ ਵਲੀ ਐਦ ਕਿਹੜੀ ਮੁਸੀਬਤ ਨੂੰ ਫਸਿਆ ਹੈ। ਉਸ ਨੇ ਬੜਾ ਦੁੱਖ ਰੋਣ ਲੱਗ ਪਿਆ। ਉਹਦੇ ਅੱਖਾਂ 'ਚ ਹੰਝੂ ਆ ਗਏ ਨੌਕਰ ਦੇ, ਕਿਉਂਕਿ ਵਫਾਦਾਰ ਨੌਕਰ ਸੀ, ਦਿਲੋਂ ਪਿਆਰ ਕਰਦਾ ਸੀ। ਕਹਿਣ ਲੱਗਾ, ਸ਼ਹਿਨਸ਼ਾਹ ਤੁਸੀਂ ਮੇਰਾ ਕਹਿਣਾ ਨਹੀਂ ਮੰਨਿਆ। ਤੁਹਾਨੂੰ ਕਿੰਨੀ ਵਾਰੀ ਸਾਰੇ ਕਹਿੰਦੇ ਸੀ ਵੀ ਫਕੀਰਾਂ ਦੀ ਸੰਗਤ ਨਾ ਕਰਿਆ ਕਰੋ। ਇਹਨਾਂ ਸੰਤਾਂ ਫਕੀਰਾਂ ਨੇ ਤਾਂ ਨਾਮ ਜਪਣਾ, ਆਪਾਂ ਰਾਜ ਵੀ ਕਰਨਾ। ਜਿਹੜੇ ਬੰਦੇ ਨੇ ਰਾਜ ਕਰਨਾ ਹੋਵੇ ਉਹਨੂੰ ਰਾਜਨੀਤੀ ਦੇ ਦਾਅ ਪੇਚ ਵਰਤਣੇ ਚਾਹੀਦੇ ਨੇ, ਪਰ ਤੁਸੀਂ ਇੱਕ ਨਹੀਂ ਮੰਨੀ ਕਿਸੇ ਦੀ। ਆਹ ਕਿਹੜੀ ਮੁਸੀਬਤ 'ਚ ਫਸ ਗਏ ਹੋ। ਇਹ ਜਦੋਂ ਗੱਲਬਾਤ ਉਸ ਨੌਕਰ ਨੇ ਕਹੀ, ਦਾਰੇ ਨੇ ਆਖਿਆ ਤੂੰ ਮੂਰਖ ਹੈ, ਤੈਨੂੰ ਨਹੀਂ ਪਤਾ ਜਿਹੜੀ ਬਾਦਸ਼ਾਹੀ ਮੈਨੂੰ ਮਿਲੀ ਹੈ, ਜਿਹੜਾ ਆਨੰਦ ਮੈਨੂੰ ਮਿਲਿਆ ਹੈ, ਸੰਤਾਂ ਮਹਾਂਪੁਰਸ਼ਾਂ ਫਕੀਰਾਂ ਦੀ ਸੰਗਤ ਕਰਕੇ ਜਿਹੜੀ ਅਵਸਥਾ 'ਤੇ ਮੈਂ ਪਹੁੰਚ ਗਿਆ, ਕਿਹੜਾ ਬਾਦਸ਼ਾਹ ਪਹੁੰਚ ਸਕਦਾ ਹੈ। ਮੇਰਾ ਸਾਰਾ ਕੁਝ ਚਲਾ ਗਿਆ, ਰਾਜ ਭਾਗ ਸਭ ਤਹਿਸ਼ ਨਹਿਸ਼ ਹੋ ਗਿਆ, ਮੇਰਾ ਪਰਿਵਾਰ ਮੈਥੋਂ ਦੂਰ ਹੋ ਗਿਆ, ਸਭ ਕੁਝ ਖਤਮ ਹੋ ਗਿਆ। ਫਕੀਰ ਬਣ ਕੇ ਅੱਜ ਜਿਹੜਾ ਆਨੰਦ ਮੇਰੇ ਅੰਦਰ ਹੈ, ਜਿਹੜੀ ਸ਼ਾਂਤੀ ਇਕਾਗਰਤਾ ਹੈ, ਉਹ ਕਿਤੋਂ ਮਿਲਦੀ ਹੈ? ਉਹ ਮੈਨੂੰ ਸੰਤਾਂ ਦੀ ਕਿਰਪਾ ਨਾਲ ਹੀ ਮਿਲੀ ਹੈ। ਕਿਸੇ ਬੰਦੇ ਦੀ ਸੂਈ ਵੀ ਗੁਆਚ ਜਾਵੇ ਅਤੇ ਉਹਨੂੰ ਮਨ ਦੇ ਵਿੱਚ ਬੜੀ ਭਾਰੀ ਗਮੀ ਲੱਗ ਜਾਂਦੀ, ਮੇਰੀ ਸੂਈ ਗਵਾਚ ਗਈ, ਮੇਰੀ ਕੌਡੀ ਗਵਾਚ ਗਈ, ਮੇਰਾ ਨੁਕਸਾਨ ਹੋ ਗਿਆ, ਮੇਰਾ ਤਾਂ ਹਿੰਦੁਸਤਾਨ ਦਾ ਰਾਜ ਚਲਾ ਗਿਆ, ਬਾਦਸ਼ਾਹੀ ਚਲੀ ਗਈ, ਪਰ ਮੈਨੂੰ ਕੋਈ ਦੁੱਖ ਨਹੀਂ। ਇਹ ਅਵਸਥਾ ਜਿਹੜੀ ਹੈ ਇਹ ਲੱਖਾਂ ਕਰੋੜਾਂ ਦੇ ਮੁੱਲ ਨਾਲ ਵੀ ਨਹੀਂ ਮਿਲਦੀ। 100 ਬਾਦਸ਼ਾਹੀਆਂ ਦੇ ਕੇ ਵੀ ਇਹ ਅਵਸਥਾ ਨਹੀਂ ਮਿਲਦੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਪਹਿ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਮੈਨੂੰ ਸੰਤਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਦੀ ਸੰਗਤ ਦਾ ਇਹ ਲਾਭ ਮਿਲਿਆ ਹੈ। ਉਸ ਡੇਰੇ ਦਾ ਇੱਕ ਫਕੀਰ ਇਹ ਸੁਣ ਰਿਹਾ ਸੀ। ਉਸਨੇ ਪਛਾਣ ਲਿਆ ਕਿ ਇੱਕ ਦਾਰਾ ਸ਼ਿਕੋ ਹਿੰਦੁਸਤਾਨ ਦਾ ਬਾਦਸ਼ਾਹ ਮੇਰੇ ਡੇਰੇ ਵਿੱਚ ਆਇਆ ਹੈ। ਉਸ ਨੇ ਵੀ ਉਹਦਾ ਸਤਿਕਾਰ ਕੀਤਾ, ਕੁਝ ਪਿਆਰ ਭਰੇ ਬੋਲ ਬੋਲੇ, ਕਿਉਂਕਿ ਉਹ ਵੀ ਪਹੁੰਚਿਆ ਹੋਇਆ ਸੰਤ ਸੀ, ਫਕੀਰ ਸੀ, ਜਿਸ ਦੇ ਅੰਦਰ ਆਤਮ ਪ੍ਰਗਾਸ਼ ਹੋ ਚੁੱਕਾ ਸੀ। ਕਿਉਂਕਿ ਸਾਧ ਸੰਗਤ ਜੀ ਭਗਤਾਂ ਸੰਤਾਂ ਦੀਆਂ
ਬਹੁਤ ਪ੍ਰਕਾਰ ਦੀਆਂ ਅਵਸਥਾ ਨੇ, ਪਰ ਸਿਖਰਲੀ ਅਵਸਥਾ ਹੈ ਜਦੋਂ ਆਤਮ ਪ੍ਰਗਾਸ਼ ਹੋ ਜਾਂਦਾ ਹੈ। ਗੁਰੂ ਸਾਹਿਬ ਦੀ ਬਾਣੀ ਚਾਹੁੰਦਾ, ਕਬਹੂ ਕਉ ਪਾਵੈ ਆਤਮ ਪ੍ਰਗਾਸ਼ ਕੋ। ਆਤਮ ਪ੍ਰਗਾਸ਼ ਕੋਈ ਕਰੋੜਾਂ ਵਿੱਚੋਂ ਇੱਕ ਅੱਧੇ ਨੂੰ ਹੀ ਹੁੰਦਾ ਹੈ, ਅਤੇ ਉਸ ਸੰਤ ਮਹਾਂਪੁਰਸ਼ ਨੂੰ ਵੀ ਹੋਇਆ ਸੀ। ਉਸ ਨੇ ਦਾਰੇ ਨੂੰ ਪਛਾਣ ਲਿਆ, ਕਿਉਂਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਦੂਜੇ ਨੂੰ ਨਹੀਂ ਪਤਾ ਉਹ ਆਨੰਦ ਕਿੰਨਾ ਕੁ ਹੈ, ਉਹ ਸਵਾਦ ਕਿੰਨਾ ਕੁ ਹੈ, ਉਹ ਰਸ ਕਿੰਨਾ ਕੁ ਹੈ, ਉਹ ਅਵਸਥਾ ਕੈਸੀ ਹੈ। ਸੋ ਉਸ ਨੇ ਕੀ ਕੁਝ ਕਿਹਾ, ਉਹ ਕਥਾ ਅੱਜ ਸ਼ੁਰੂ ਹੋ ਰਹੀ ਹੈ। ਦਾਰਾ ਸ਼ਿਕੋਹ ਦੀ ਗ੍ਰਿਫਤਾਰੀ ਅਤੇ ਉਹਦੀ ਸ਼ਹਾਦਤ ਦੀ ਕਥਾ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੁਤੋ ਦਾਇਰੇ ਮਹਿ ਦਰਵੇਸ਼। ਉਸ ਡੇਰੇ ਵਿੱਚ, ਉਸ ਦਾਇਰੇ ਵਿੱਚ ਇੱਕ ਦਰਵੇਸ਼, ਇੱਕ ਮੁਸਲਮਾਨ ਫਕੀਰ ਹੋਰ ਰਹਿੰਦਾ ਸੀ, ਜਿਹੜਾ ਉਸ ਡੇਰੇ ਦਾ ਮਾਲਕ ਸੀ। ਜਿਸ ਕੋ ਨਿਸ਼ਚੈ ਗਿਆਨ ਵਿਸ਼ੇਸ਼। ਉਹ ਫਕੀਰ ਪਹੁੰਚਿਆ ਹੋਇਆ ਸੀ, ਨਿਸ਼ਚੈ ਕਰਕੇ ਗਿਆਨੀ ਸੀ, ਆਤਮ ਗਿਆਨ ਉਹਨੂੰ ਪ੍ਰਾਪਤ ਹੋ ਚੁੱਕਾ ਸੀ। ਬੋਲਨ ਸੁਨ ਬਿਲੋਕ ਬੋਕੀਨ। ਉਸ ਮਹਾਂਪੁਰਸ਼ ਨੂੰ ਪਤਾ ਲੱਗ ਗਿਆ ਜੋ ਗੱਲ ਦਾਰਾ ਸ਼ਿਕੋਹ ਦੀ ਉਹਦੇ ਨੌਕਰ ਨਾਲ ਹੋ ਰਹੀ ਸੀ, ਉਹਨੇ ਸੁਣ ਲਈ। ਦਾਰੇ ਸ਼ਿਕੋਹ ਦਾ ਚਿਹਰਾ ਵੇਖਿਆ, ਉਹਦੇ ਨੌਕਰ ਦਾ ਚਿਹਰਾ ਵੇਖਿਆ, ਉਹਨਾਂ ਦੀਆਂ ਗੱਲਾਂ ਸੁਣੀਆਂ, ਉਹਨਾਂ ਦੇ ਚਿਹਨ ਚੱਕਰ ਜਾਣ ਕੇ ਪਛਾਣ ਲਿਆ। ਦਾਰ ਸ਼ਿਕੋਹ ਚੀਨ ਤਿਨ ਲੀਨ। ਉਹਨੂੰ ਪਤਾ ਲੱਗ ਗਿਆ ਮੇਰੇ ਡੇਰੇ 'ਚ ਇਹ ਜਦੋਂ ਘੋੜਸਵਾਰ ਆਏ ਨੇ, ਇਹ ਕੋਈ ਆਮ ਬੰਦੇ ਨਹੀਂ, ਇਹ ਹਿੰਦੁਸਤਾਨ ਦਾ ਬਾਦਸ਼ਾਹ ਦਾਰਾ ਸ਼ਿਕੋਹ ਹੈ, ਔਰੰਗਜ਼ੇਬ ਦਾ ਵੱਡਾ ਭਾਈ ਹੈ, ਸ਼ਾਹਜਹਾਨ ਦਾ ਵੱਡਾ ਪੁੱਤਰ ਹੈ। ਉਹਨੇ ਪਛਾਣ ਲਿਆ। ਜਿਸ ਖੋਜਨ ਹਿਤ ਚੰਮੂ ਵਿਸ਼ੇਸ਼। ਜਿਸ ਦੀ ਖੋਜ ਵਾਸਤੇ, ਜਿਸ ਨੂੰ ਗ੍ਰਿਫਤਾਰ ਕਰਨ ਵਾਸਤੇ ਬਾਦਸ਼ਾਹ ਔਰੰਗਜ਼ੇਬ ਨੇ ਲੱਖਾਂ ਫੌਜਾਂ ਵੱਖਰੇ ਵੱਖਰੇ ਇਲਾਕਿਆਂ 'ਚ ਭੇਜੀਆਂ ਹੋਈਆਂ ਨੇ, ਥਾਂ ਥਾਂ ਸੂਈਏ ਫਿਰਦੇ ਨੇ, CID ਹੁੰਦੀ ਹੈ, ਦਾਰਾ ਸ਼ਿਕੋਹ ਨੂੰ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ। ਫੈਲੀ ਦੇਸ਼ ਵਿਦੇਸ਼ ਅਸ਼ੇਸ਼। ਬੜੀ ਭਾਰੀ ਫੌਜ ਦੇਸ਼ਾਂ ਪ੍ਰਦੇਸ਼ਾਂ 'ਚ ਫਿਰ ਰਹੀ ਹੈ ਵੀ ਦਾਰਾ ਸ਼ਿਕੋਹ ਲੱਭ ਜਾਵੇ, ਉਹਨੂੰ ਗ੍ਰਿਫਤਾਰ ਕਰਕੇ ਉਹਦਾ ਕਤਲ ਕੀਤਾ ਜਾਵੇ। ਇਸ ਵਾਸਤੇ ਔਰੰਗਜ਼ੇਬ ਨੇ ਫੌਜਾਂ ਪਿੱਛੇ ਚਾੜੀਆਂ ਹੋਈਆਂ ਨੇ। ਗਹਿਓ ਚਹੈ ਨੌ ਰੰਗ ਮਤ ਮੰਦ। ਮਤ ਮੰਦੀ, ਮਾੜੀ ਮੱਤ ਵਾਲਾ, ਦੁਰਬੁੱਧੀ, ਭੈੜੀ ਬੁੱਧੀ ਵਾਲਾ ਔਰੰਗਜ਼ੇਬ ਦਾਰਾ ਸ਼ਿਕੋਹ ਨੂੰ ਗ੍ਰਿਫਤਾਰ ਕਰਕੇ ਸ਼ਹੀਦ ਕਰਨਾ ਚਾਹੁੰਦਾ ਹੈ। ਸੋ ਇਹ ਜਾਣਿਓ ਭਰੈ ਬਿਲੰਦ। ਤੇ ਇਹ ਉਹ ਮਹਾਂਪੁਰਸ਼ ਦਾਰਾ ਸ਼ਿਕੋਹ ਅੱਜ ਮੇਰੇ ਡੇਰੇ ਵਿੱਚ ਆ ਗਿਆ ਹੈ। ਇਹ ਉਹੀ ਜਾਪਦਾ ਹੈ, ਇਹ ਉਹੀ ਮਹਾਨ ਆਤਮਾ ਹੈ ਜਿਸ ਦੀ ਫਕੀਰਾਂ ਸੰਤਾਂ ਭਗਤਾਂ ਨਾਲ ਸੰਗਤ ਹੈ, ਜਿਹੜਾ ਵੇਦ ਵਿਦਾਂਤ ਦੇ ਗ੍ਰੰਥਾਂ ਨੂੰ ਵੀ ਪੜ੍ਹਦਾ ਹੈ, ਕੁਰਾਨ ਨੂੰ ਵੀ ਪੜ੍ਹਦਾ ਹੈ, ਜਿਹਦੀ ਨਿਗਾਹ ਵਿੱਚ ਹਿੰਦੂ ਅਤੇ ਮੁਸਲਮਾਨ ਦਾ ਕੋਈ ਝਗੜਾ ਨਹੀਂ ਹੈ। ਕਿਉਂਕਿ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਆਪਣੀ ਬਾਣੀ 'ਚ ਲਿਖਦੇ ਹਨ, ਜਾਤੇ ਛੂਟ ਗਇਓ ਭਰਮ ਉਰਕਾ, ਤੇ ਆਗੇ ਹਿੰਦੂ ਕਿਆ ਤੁਰਕਾ। ਜਿਹਦੇ ਮਨ 'ਚੋਂ ਭਰਮ ਮਿਟ ਜਾਂਦਾ, ਉਹਦੇ ਲਈ ਹਿੰਦੂ ਅਤੇ ਮੁਸਲਮਾਨ ਦੀ ਕੰਧਾਂ ਢਹਿ ਜਾਂਦੀਆਂ ਨੇ। ਉਹਦੇ ਲਈ ਕੋਈ ਆਪਣਾ, ਕੋਈ ਬਗਾਨਾ, ਕੋਈ ਵਧੀਆ, ਕੋਈ ਘਟੀਆ, ਕੋਈ ਚੰਗਾ, ਕੋਈ ਮਾੜਾ ਨਹੀਂ ਰਹਿੰਦੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹਰ ਇੱਕ ਜੀਵ ਜੰਤੂ 'ਚ, ਹਰ ਇਨਸਾਨ 'ਚ, ਹਰ ਪਸ਼ੂ ਪੰਛੀ 'ਚ, ਕੀੜੇ ਮਕੌੜੇ 'ਚ ਵੀ ਉਹਨੂੰ ਰੱਬ ਦਿਸਦਾ ਹੈ। ਇਸ ਬ੍ਰਹਮ ਗਿਆਨ ਦੀ ਅਵਸਥਾ 'ਚ ਦਾਰਾ ਸ਼ਿਕੋਹ ਪਹੁੰਚਿਆ ਹੋਇਆ ਹੈ। ਸਤ ਸੰਗੀ ਬੜ ਸੁਨਿਓ ਅਗਾਰੇ। ਇਹ ਦਾਰਾ ਸ਼ਿਕੋਹ ਦੇ ਬਾਰੇ ਉਸ ਫਕੀਰ ਨੇ ਵੀ ਸੁਣਿਆ ਸੀ ਵੀ ਇਹ ਸਤ ਸੰਗੀ ਪੁਰਸ਼ ਹੈ। ਹਮੇਸ਼ਾ ਸੰਤਾਂ ਮਹਾਂਪੁਰਸ਼ਾਂ, ਬ੍ਰਹਮ ਗਿਆਨੀ ਸ਼ਰਮਦ, ਬ੍ਰਹਮ ਗਿਆਨੀ ਮੀਆਂ ਮੀਰ, ਬ੍ਰਹਮ ਗਿਆਨੀ ਗੁਰੂ ਹਰ ਰਾਏ ਸਾਹਿਬ, ਇਹੋ ਜਿਹੇ ਮਹਾਂਪੁਰਸ਼ਾਂ ਦੀ ਇਹਨੇ ਸੰਗਤ ਕੀਤੀ ਹੈ। ਭਲੇ ਜਾਨ ਚਿਤ ਚਹਿਤ ਨਿਹਾਰੇ। ਉਸ ਨੇ ਵੀ ਸੋਚਿਆ ਵੀ ਚਲੋ ਇਹਦੇ ਦਰਸ਼ਨ ਕਰੀਏ, ਕਿਉਂਕਿ ਸੰਤਾਂ ਦੇ ਦਰਸ਼ਨਾਂ ਨਾਲ ਜਿੰਨੇ ਵੀ ਹੋ ਜਾਣ ਨਾ ਸਾਧ ਸੰਗਤ ਜੀ ਭਲਾ ਹੀ ਹੈ। ਇੱਕ ਵਾਰੀ ਵੀ ਜੇ ਕਿਸੇ ਨੂੰ ਸੰਤ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਜਾਣ, ਉਹਦਾ ਕਲਿਆਣ ਹੋ ਜਾਂਦਾ ਹੈ। ਅਤੇ ਜਿਹਨੂੰ ਵਾਰ-ਵਾਰ ਦਰਸ਼ਨ ਹੋਣ, ਉਹਦਾ ਬਹੁਤ ਜ਼ਿਆਦਾ ਭਲਾ ਹੁੰਦਾ ਹੈ। ਸੋ ਇਹ ਮਹਾਂਪੁਰਸ਼ ਹੈ, ਆਤਮ ਗਿਆਨੀ ਹੈ, ਇਹਦੇ ਦਰਸ਼ਨ ਕਰ ਲਈਏ। ਆਏ ਫਕੀਰ ਸੋ ਬੈਠਿਓ ਪਾਸ। ਉਹ ਫਕੀਰ ਸਾਧ ਸੰਗਤ ਜੀ ਆ ਕੇ ਕੋਲ ਬੈਠ ਗਿਆ। ਸਾਦਰ ਮ੍ਰਿਦਲ ਸੋ ਬਾਕ ਪ੍ਰਕਾਸ਼। ਉਹਨੇ ਬੜੇ ਪ੍ਰੇਮ ਨਾਲ, ਸਤਿਕਾਰ ਨਾਲ, ਆਦਰ ਨਾਲ ਬਚਨ ਸ਼ੁਰੂ ਕੀਤੇ। ਉਹਨੂੰ ਇੱਕ ਤਾਂ ਇਹ ਸੀਗਾ ਕਿ ਇਹ ਪਹੁੰਚਿਆ ਹੋਇਆ ਮਹਾਂਪੁਰਸ਼ ਹੈ, ਸਾਧੂ ਹੈ, ਮੇਰੇ ਡੇਰੇ ਵਿੱਚ ਆਇਆ। ਅਤੇ ਜਿਹੜੇ ਬ੍ਰਹਮ ਗਿਆਨੀ ਸਾਧੂ ਹੁੰਦੇ ਨਾ, ਉਹ ਹਰ ਇੱਕ ਬੰਦੇ 'ਚ ਰੱਬ ਦੇਖਦੇ ਨੇ।
ਤੇ ਹਰ ਇੱਕ ਦਾ ਸਤਿਕਾਰ ਕਰਦੇ ਨੇ। ਜਿਹੜਾ ਰੱਬ ਨੂੰ ਦੇਖਦਾ ਉਹ ਕਦੀ ਕਿਸੇ ਨੂੰ ਮਾੜਾ ਨਹੀਂ ਬੋਲ ਸਕਦਾ। ਜਿਹਨੂੰ ਰੱਬ ਦਿਸਦਾ ਹੈ ਸਾਰਿਆਂ ਵਿੱਚ, ਉਹ ਕਿਸੇ ਨਾਲ ਈਰਖਾ ਵਾਲੀ ਦ੍ਰਿਸ਼ਟੀ ਨਾਲ ਨਹੀਂ ਦੇਖ ਸਕਦਾ ਵੀ ਆਪਣਾ ਹੈ, ਬਗਾਨਾ ਹੈ, ਵਧੀਆ ਘਟੀਆ, ਇੱਦਾਂ ਨਹੀਂ। ਉਹ ਤਾਂ ਸਾਰਾ ਰਾਮ ਦਾ ਹੀ ਰੂਪ ਦੇਖਦਾ। ਤਾਂ ਉਹ ਸਾਧੂ ਸੀ, ਬ੍ਰਹਮ ਗਿਆਨੀ ਸੀ, ਮੁਸਲਮਾਨ ਫਕੀਰ। ਉਹਨੇ ਵੇਖਿਆ ਮੇਰੇ ਡੇਰੇ 'ਚ ਬ੍ਰਹਮ ਗਿਆਨੀ ਆਇਆ ਹੈ, ਉਹਨੇ ਉਹਦਾ ਸਤਿਕਾਰ ਕੀਤਾ, ਆਦਰ ਕੀਤਾ ਹੈ। ਧਨ ਤੋਹੇ ਜਨਨੀ ਬੜ ਧਨ। ਉਹ ਮੁਸਲਮਾਨ ਫਕੀਰ ਦਾਰਾ ਸ਼ਿਕੋ ਨੂੰ ਕਹਿੰਦਾ, ਦਾਰਾ ਸ਼ਿਕੋ ਜੀ ਧਨ ਹੋ ਤੁਸੀਂ। ਉਹ ਮਾਂ ਧਨ ਹੈ ਜਿਸ ਨੇ ਤੈਨੂੰ ਜਨਮ ਦਿੱਤਾ ਹੈ। ਧਨ ਜਨਨੀ ਜਨ ਜਾਇਆ। ਜਿਸ ਮਾਂ ਦੀ ਕੁੱਖ ਤੋਂ ਬ੍ਰਹਮ ਗਿਆਨੀ ਦਾ ਜਨਮ ਹੋਵੇ, ਉਹ ਮਾਂ ਵੀ ਭਾਗਾਂ ਵਾਲੀ ਹੁੰਦੀ ਹੈ। ਤੇਰੀ ਮਾਂ ਧਨ ਹੈ ਜਿਸ ਨੇ ਤੈਨੂੰ ਜਨਮ ਦਿੱਤਾ ਹੈ। ਸੰਤ ਸਮੂਹ ਕਰੇ ਸੋ ਪ੍ਰਸੰਨ। ਤੂੰ ਸੰਤਾਂ ਦੀ ਸੇਵਾ ਕੀਤੀ ਹੈ, ਮਹਾਂਪੁਰਸ਼ਾਂ ਦੀ ਸੇਵਾ ਕੀਤੀ ਹੈ, ਬ੍ਰਹਮ ਗਿਆਨੀਆਂ ਨੂੰ ਪ੍ਰਸੰਨ ਕੀਤਾ ਹੈ। ਕੂੜ ਪਦਾਰਥ ਬਿਨ ਸੰਹਾਰੇ। ਜਿਹੜੇ ਸੰਸਾਰ ਦੇ ਪਦਾਰਥ ਨੇ ਇਹ ਝੂਠੇ ਨੇ, ਕੂੜੇ ਨੇ, ਇਹ ਬਿਨਸਣ ਵਾਲੇ ਨੇ। ਅੱਜ ਹਨ, ਕੱਲ੍ਹ ਨਹੀਂ ਰਹਿਣੇ। ਦੁਨੀਆ ਦੀ ਕੋਈ ਵੀ ਚੀਜ਼ ਹੈ ਨਾ, ਭਾਵੇਂ ਉਹ ਰਾਜ ਭਾਗ ਹੈ, ਸੋਨਾ ਚਾਂਦੀ ਹੈ, ਹੀਰੇ ਮੋਤੀ ਨੇ, ਮਾਣ ਵਡਿਆਈ ਹੈ, ਧੀਆਂ ਪੁੱਤਰ ਨੇ, ਭੈਣ ਭਰਾ ਨੇ, ਕੋਠੀਆਂ ਕਾਰਾਂ ਬੰਗਲਾ, ਜੋ ਕੁਛ ਵੀ ਹੈ, ਅੱਜ ਹੈ ਕੱਲ੍ਹ ਨਹੀਂ, ਸਦਾ ਨਹੀਂ ਰਹਿਣਾ। ਕੋਈ ਚੀਜ਼ ਦੱਸੋ ਕਿਸੇ ਕੋਲ ਸਦਾ ਰਹੀ ਹੈ? ਰਾਜੇ ਮਹਾਰਾਜੇ ਬਾਦਸ਼ਾਹ 50-50 ਸਾਲ ਰਾਜ ਕਰਕੇ ਵੀ ਚਲੇ ਜਾਂਦੇ ਆ, 100-100 ਸਾਲ ਰਾਜ ਕਰਕੇ ਵੀ ਚਲੇ ਹੀ ਜਾਂਦੇ ਆ। ਇਹ ਸੰਸਾਰ ਦੇ ਪਦਾਰਥ ਸਾਰੇ ਝੂਠੇ ਹਨ। ਕਹਾਂ ਸ਼ੋਕ ਤੁਮ ਕੋ ਇਹ ਧਾਰੇ। ਤੁਹਾਨੂੰ ਇਹਨਾਂ ਚੀਜ਼ਾਂ ਦਾ ਸ਼ੌਕ ਹੋ ਹੀ ਨਹੀਂ ਸਕਦਾ। ਕਿਉਂ? ਜਿਹਨੂੰ ਪਤਾ ਲੱਗ ਗਿਆ ਵੀ ਇਹ ਸੰਸਾਰ ਝੂਠਾ ਹੈ, ਇਹਨੇ ਤਾਂ ਜਾਣਾ ਹੀ ਜਾਣਾ। ਜਿਹਨੂੰ ਪਤਾ ਲੱਗ ਗਿਆ ਉਹ ਫਿਰ ਕਿਉਂ ਰੋਏਗਾ? ਜਿਹਨੂੰ ਪਕੜ ਹੈ ਵੀ ਮੇਰਾ ਹੈ, ਜਿਹਦਾ ਹਰ ਵੇਲੇ ਧਿਆਨ ਹੈ ਵੀ ਇਹ ਘਰ ਮੇਰਾ ਹੈ, ਇਹ ਪਰਿਵਾਰ ਮੇਰਾ ਹੈ, ਇਹ ਅਹੁਦਾ ਮੇਰਾ ਹੈ, ਇਹ ਰਾਜ ਭਾਗ ਮੇਰਾ ਹੈ, ਉਹ ਬੰਦਾ ਰੋਏਗਾ। ਤੇ ਜਿਹਨੂੰ ਪਤਾ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ, ਉਹਨੇ ਕੀ ਰੋਣਾ ਹੋਇਆ। ਹਾਂਜੀ, ਅਬ ਜਹਾਨ ਤੇ ਫਾਰਕ ਹੋ। ਹਾਂ, ਉਹ ਫਕੀਰ ਕਹਿਣ ਲੱਗਾ, ਮਹਾਂਪੁਰਸ਼ੋ ਹੁਣ ਤੁਸੀਂ ਦੁਨੀਆ ਤੋਂ ਫਾਰਗ ਹੋ ਜਾਓ। ਹੋ ਅੱਗੇ ਪਿੱਛੇ ਮੁੜ ਕੇ ਨਾ ਦੇਖਿਆ ਜੇ। ਆਹਾ, ਬਾਣੀ ਵਿੱਚ ਵੀ ਕਬੀਰ ਸਾਧੂ ਕੋ ਮਿਲਣੇ ਜਾਈਐ ਸਾਥ ਨਾ ਲੀਜੈ ਕੋਏ। ਸਾਧੂ ਨੂੰ ਮਿਲਣ ਜਾਣਾ ਹੋਵੇ ਇਕੱਲੇ ਜਾਈਏ, ਜੇ ਕੋਈ ਨਾਲ ਲੈ ਕੇ ਜਾਈਏ ਉਹ ਦੂਜੇ ਪਾਸੇ ਲੈ ਕੇ ਤੁਰ ਜਾਂਦਾ, ਫਿਰ ਔਖਾ ਹੁੰਦਾ। ਇਸ ਕਰਕੇ ਗੁਰੂ ਦੇ ਕੋਲ ਜਾਣਾ ਤੇ ਫਿਰ ਇਕੱਲੇ ਹੀ ਜਾਣਾ ਠੀਕ ਹੈ। ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ, ਤੇ ਪਾਛੇ ਪਾਉ ਨਾ ਦੀਜੀਏ। ਫਿਰ ਪਿੱਛੇ ਪੈਰ ਥੋੜ੍ਹਾ ਕਰਨਾ, ਅੱਗੇ ਹੋਏ ਸੋ ਹੋਏ, ਅੱਗੇ ਜਿਵੇਂ ਹੋਏ ਦੇਖੀ ਜਾਏਗੀ, ਹੁਣ ਪਿੱਛੇ ਨਾ ਮੁੜੀ। ਹਾਂਜੀ, ਤਿਆਗ ਹੋ ਜਿਤਕ ਬਾਸ਼ਨਾ ਮੋਹ। ਹਾਂ, ਜਿੰਨੀ ਮੋਹ ਦੀ ਬਾਸ਼ਨਾ ਛੱਡ ਦਿਓ। ਮੋਹ ਦੀ ਬਾਸ਼ਨਾ ਦੇ ਤੰਗ ਕਰਨਾ। ਮੋਹ ਨੇ ਕਦੀ ਕਿਸੇ ਨੂੰ ਸੁੱਖ ਨਹੀਂ ਦਿੱਤਾ। ਮੋਹ ਕਰਕੇ ਸਾਰੇ ਬਾਅਦ 'ਚ ਰੋਂਦੇ ਆ, ਪਛਤਾਉਂਦੇ ਆ। ਹਾਂਜੀ, ਬਨਹੁ ਨਿਸ਼ੰਗ ਤਰਾਸ ਕੋ ਡਰ। ਨਿਸ਼ੰਗ ਹੋ ਕੇ ਸਾਰਾ ਡਰ ਛੱਡ ਕੇ, ਹੁਣ ਡਰ ਕਾਹਦਾ ਰਹਿ ਗਿਆ? ਡਰ ਤਾਂ ਹੁੰਦਾ ਮੋਹ ਕਰਕੇ ਵੀ ਸਰੀਰ ਮੇਰਾ ਹੈ, ਪਰਿਵਾਰ ਮੇਰਾ ਹੈ, ਜ਼ਿੰਦਗੀ ਮੇਰੀ ਹੈ। ਅਤੇ ਜਦੋਂ ਸਾਰਾ ਕੁਝ ਤੇਰਾ ਹੈ ਫਿਰ ਡਰ ਕਾਹਦਾ? ਆਖੋ ਸ੍ਰੀ ਵਾਹਿਗੁਰੂ। ਹੁਣ ਨਿਸੰਗ ਹੋ ਜਾਓ। ਹੁਣ ਮੋਹ ਦੀਆਂ ਸਾਰੀਆਂ ਚਾਦਰਾਂ ਲਾਹ ਕੇ ਪਰੇ ਸੁੱਟੋ ਅਤੇ ਬਿਲਕੁਲ ਨਿਸੰਗ ਹੋ ਕੇ ਨੱਚੋ। ਹਾਂਜੀ, ਜਿਤ ਕਿਤ ਆਪਣਾ ਰੂਪ ਨਿਹਾਰ। ਹੁਣ ਜਿੱਥੇ ਵੇਖੋ ਆਪਣਾ ਹੀ ਰੂਪ ਹੈ, ਆਪਣੀ ਆਤਮਾ ਹੀ। ਆਤਮ ਪਸਾਰਾ। ਆਹਾ, ਕਿੱਡਾ ਉੱਚਾ ਵਚਨ ਹੈ ਗੁਰਬਾਣੀ ਦਾ। ਸਾਧ ਸੰਗਤ ਜੀ, ਸਾਡੇ ਅਨੁਭਵ 'ਚ ਨਹੀਂ ਆਉਂਦਾ ਕਿਉਂਕਿ ਸਾਡਾ ਅਨੁਭਵ ਬੜਾ ਛੋਟਾ ਹੈ। ਅਸੀਂ ਸਰੀਰ ਦੀ ਕੈਦ ਵਿੱਚ ਫਸੇ ਹੋਏ ਹਾਂ, ਸਰੀਰ ਨੂੰ ਹੀ ਆਪਣਾ ਸਰੂਪ ਸਮਝਿਆ ਹੋਇਆ ਹੈ, ਜਾਂ ਮਨ ਬੁੱਧੀ ਨੂੰ ਜਾਂ ਆਪਣੀਆਂ ਇੰਦਰੀਆਂ ਨੂੰ ਆਪਣਾ ਸਰੂਪ ਸਮਝੀ ਬੈਠੇ ਹਾਂ। ਪਰ ਇਹ ਸਭ ਤੋਂ ਪਰੇ ਆਪਣਾ ਸਰੂਪ ਹੈ, ਉਹੀ ਸਾਰੇ ਪਾਸੇ ਹੈ, ਕਿਸੇ ਤੋਂ ਭਿੰਨ ਨਹੀਂ ਹੈ। ਸਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਸਰਵਤਰ ਵਿਆਪਕ ਹੈ। ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਮਹਾਰਾਜ ਨੇ ਲਾਵਾਂ ਵਿੱਚ ਵੀ ਲਿਖਿਆ ਹੈ ਨਾ, ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ, ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਿਆ ਭਰਪੂਰੇ। ਆਹਾ, ਹਰ ਆਤਮ ਰਾਮ, ਆਤਮਾ ਹੀ ਪਸਰੀ ਹੋਈ ਹੈ ਸਾਰੇ ਪਾਸੇ, ਔਰ ਆਤਮਾ ਇੱਕੋ ਹੀ ਹੈ।
ਮੇਰੇ ਵਿੱਚ, ਤੇਰੇ ਵਿੱਚ, ਹਿੰਦੂ 'ਚ, ਮੁਸਲਮਾਨ 'ਚ, ਕੀੜੇ 'ਚ, ਸੱਪ 'ਚ, ਸ਼ੇਰ 'ਚ, ਬਘਿਆੜ 'ਚ, ਹਾਥੀ 'ਚ, ਕੁੱਤੇ 'ਚ, ਬਾਂਦਰ 'ਚ ਆਤਮਾ ਇੱਕੋ ਹੀ ਹੈ। ਮਨ ਬੁੱਧੀ ਦਾ ਫਰਕ ਹੈ। ਪਰ ਇਹ ਗੱਲ ਉਸ ਬੰਦੇ ਨੂੰ ਸਮਝ ਆਉਂਦੀ ਹੈ ਜਿਸ ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਹਾਂਜੀ, ਤਨ ਕੀ ਪਰਾਲਬਧ ਕਰ ਜੋਏ। ਹੁਣ ਤੂੰ ਨਿਸੰਗ ਹੋ ਜਾ, ਹੁਣ ਤੂੰ ਬੇਫਿਕਰ ਹੋ ਜਾ। ਜਿੰਨਾ ਚਿਰ ਸਰੀਰ ਦੀ ਪਰਾਲਬਧ ਹੈ ਉਹਨਾਂ ਚਿਰ ਤੈਨੂੰ ਕੋਈ ਮਾਰ ਨਹੀਂ ਸਕਦਾ, ਤੇ ਜਿਸ ਦਿਨ ਪਰਾਲਬਧ ਮੁੱਕ ਗਈ ਉਸ ਦਿਨ ਕੋਈ ਬਚਾ ਨਹੀਂ ਸਕਦਾ। ਇਸ ਸਰੀਰ ਨੇ ਜਿੰਨਾ ਅੰਨ ਖਾਣਾ, ਜਿੰਨਾ ਪਾਣੀ ਪੀਣਾ, ਜਿੰਨੀ ਧਰਤੀ 'ਤੇ ਫਿਰਨਾ, ਜਿੰਨੇ ਸਾਹ ਲੈਣੇ ਨੇ ਉਹ ਲੈਣੇ ਹੀ ਲੈਣੇ ਨੇ, ਕੋਈ ਨਹੀਂ ਮਾਰ ਸਕਦਾ ਉਸ ਤੋਂ ਪਹਿਲਾਂ। ਜਿਹੜਾ ਦਿਨ ਮੌਤ ਦਾ ਲਿਖਿਆ ਹੈ ਉਹੀ ਹੈ, ਉਸ ਤੋਂ ਪਹਿਲੇ ਨਹੀਂ ਆਉਂਦੀ। ਹਾਂਜੀ, ਸੰਕਟ ਪਰ ਹੈ ਕਿ ਸੁਖ ਕਿਤ ਹੋਏ। ਹਾਂ, ਭਾਵੇਂ ਸੁੱਖ ਨਾਲ ਕੱਟ ਲਓ ਦਿਨ, ਭਾਵੇਂ ਦੁੱਖ ਨਾਲ, ਜਿਹੜੇ ਲਿਖੇ ਨੇ ਉੱਦਾਂ ਹੀ ਕੱਟਣੇ ਨੇ। ਜੇ ਲਿਖੇ ਨੇ ਸੁੱਖ ਨਾਲ ਫਿਰ ਸੁੱਖ ਭੋਗ ਲੈਣਾ, ਜੇ ਕਰਮਾਂ 'ਚ ਲਿਖਿਆ ਦੁੱਖ ਫਿਰ ਦੁੱਖ ਨਾਲ ਕੱਟਣੇ ਪੈਣੇ ਨੇ। ਹਰ ਬੰਦੇ ਦੀ ਪਰਾਲਬਧ ਵੱਖਰੀ ਹੈ। ਇਹ ਨਹੀਂ ਵੀ ਸਾਧ ਸੰਗਤ ਜੀ ਸਾਡਾ ਹੁਣ ਪਰਿਵਾਰ ਹੈ 5-6 ਅਸੀਂ ਜੀ ਹਾਂ ਅਤੇ ਸਾਡੀ ਸਾਰਿਆਂ ਦੀ ਕਿਸਮਤ ਇੱਕੋ ਜਿਹੀ ਹੈ, ਇਹ ਨਹੀਂ ਹੈ। ਹੋ ਸਕਦਾ ਸਾਡੇ 'ਚ 7-8 ਜੀਆਂ ਵਿੱਚੋਂ 6-7 ਜੀ ਸੁਖੀ ਰਹਿਣ, ਇੱਕ ਬੰਦੇ ਦੀ ਕਿਸਮਤ ਇਹੋ ਜਿਹੀ ਹੋਵੇ ਦੁਖੀ ਹੋ ਜੇ। ਹੋ ਸਕਦਾ ਇੱਕ ਬੰਦਾ ਰਾਜ ਕਰੇ, ਬਾਕੀ ਭੀਖ ਮੰਗਦੇ ਫਿਰਨ। ਮਾਂ ਕਹਿੰਦੇ ਬੱਚਿਆਂ ਨੂੰ ਜਨਮ ਦਿੰਦੀ, ਕਰਮ ਨਹੀਂ ਦਿੰਦੀ। ਜਨਮ ਦਿੰਦੀ ਹੈ ਮਾਂ, ਕਰਮ ਨਹੀਂ ਦਿੰਦੀ। 4 ਪੁੱਤਰ ਸੀ ਬਾਦਸ਼ਾਹ ਸ਼ਾਹਜਹਾਨ ਦੇ, ਦਾਰਾ ਸ਼ਿਕੋ, ਸ਼ੁਜਾ ਮੁਹੰਮਦ, ਔਰੰਗਜ਼ੇਬ ਅਤੇ ਮੁਰਾਦ ਬਖਸ਼। ਆਹ ਦੇਖੋ, ਸਭ ਤੋਂ ਜਿਹੜਾ ਕਪਟੀ, ਸਭ ਤੋਂ ਪਾਪੀ, ਜ਼ਾਲਮ, ਦੁਸ਼ਟ ਬੰਦਾ ਉਹ ਬਾਦਸ਼ਾਹ ਬਣ ਗਿਆ। ਜਿਹੜਾ ਸਾਧੂ ਸੰਤ ਮਹਾਤਮਾ ਦੀ ਸੰਗਤ ਕਰਨ ਵਾਲਾ ਬ੍ਰਹਮ ਗਿਆਨੀ ਦਾਰਾ ਸ਼ਿਕੋ, ਉਹ ਫਕੀਰ ਬਣ ਗਿਆ। ਕੁਦਰਤ ਦੀ ਖੇਡ ਹੈ। ਅਤੇ ਉਹ ਕਹਿੰਦਾ ਵੀ ਤੂੰ ਹੁਣ ਆਪਣੀ ਪਰਾਲਬਧ ਦੇ ਮੁਤਾਬਕ ਆਜ਼ਾਦ ਹੋ ਜਾ, ਮਨ 'ਚੋਂ ਕੋਈ ਡਰ ਫਿਕਰ ਨਾ ਰੱਖ, ਹੁਣ ਜੋ ਹੋਵੇਗੀ ਸੋ ਦੇਖੀ ਜਾਏਗੀ। ਹਾਂਜੀ, ਭੋਗ ਹੋ ਆਵਸ਼ਕ ਸੋ ਜਾਨ। ਜਿਹੜੀ ਤੇਰੀ ਕਿਸਮਤ 'ਚ ਲਿਖਿਆ ਹੈ ਉਹ ਤੂੰ ਭੋਗਣਾ ਹੀ ਆਵਸ਼ਕ, ਜ਼ਰੂਰੀ ਹੈ। ਉਹ ਪਰਾਲਬਧ ਤੋਂ ਨਹੀਂ ਭੱਜ ਸਕਦੇ ਅਸੀਂ। ਜੇ ਅਸੀਂ ਸੁੱਖ ਭੋਗਣਾ ਲਿਖਿਆ ਸਾਡੇ ਕਰਮਾਂ 'ਚ ਅਤੇ ਸਾਨੂੰ ਉਹ ਭੋਗਣਾ ਹੀ ਪੈਣਾ। ਭੱਜ ਦੌੜ ਲਓ ਭਾਵੇਂ ਕੋਈ ਮੈਂ ਨਹੀਂ ਭੋਗਦਾ। ਜੇ ਕੋਈ ਸੁੱਖ ਲਿਖਿਆ ਹੈ ਸਾਡੇ ਕਰਮਾਂ 'ਚ, ਅਸੀਂ ਨਾ ਵੀ ਕਰੀਏ, ਨਾ ਮੈਂ ਨਹੀਂ ਸੁੱਖ ਭੋਗਣਾ, ਜਿੰਨਾ ਮਰਜ਼ੀ ਨਾ ਕਰੀ ਜਾਓ, ਉਹ ਤੁਹਾਨੂੰ ਦਾਣਾ ਜਿਹੜਾ ਖਾਣਾ ਹੀ ਪੈਣਾ। ਅਤੇ ਜੇ ਦੁੱਖ ਲਿਖਿਆ ਤੇ ਕਰਮਾਂ 'ਚ ਉਹ ਦੁੱਖ ਭੋਗਣਾ ਹੀ ਪੈਣਾ ਹੈ। ਮਿਟੈ ਨ ਕਿਉ ਹੂੰ ਛੂਟਿਓ ਬਾਨ। ਕਹਿੰਦੇ ਚੱਲਿਆ ਹੋਇਆ ਤੀਰ ਵਾਪਸ ਨਹੀਂ ਆਉਂਦਾ, ਉਹ ਰੁਕਦਾ ਨਹੀਂ, ਉਹ ਨਿਸ਼ਾਨੇ 'ਤੇ ਲੱਗਦਾ ਹੀ ਜਾ ਕੇ। ਜ਼ਰੂਰੀ ਹੈ, ਜਿਹੜਾ ਤੀਰ ਕਮਾਨ 'ਚੋਂ ਨਿਕਲ ਗਿਆ ਉਹ ਹੁਣ ਚੱਲੇਗਾ, ਜਿੱਥੇ ਤੱਕ ਉਹਦੀ ਰੇਂਜ ਹੈ ਉਹਨੇ ਜਾਣਾ ਹੈ, ਉਹ ਵਾਪਸ ਨਹੀਂ ਆ ਸਕਦਾ। ਇੱਦਾਂ ਜਿਹੜੀ ਪਰਾਲਬਧ ਇੱਕ ਵਾਰੀ ਸਾਨੂੰ ਇਸ ਸਰੀਰ ਦੀ ਮਿਲੀ ਹੈ, ਜਦੋਂ ਜਨਮ ਹੋਇਆ ਨਾ, ਜਨਮ ਵੇਲੇ ਅਸੀਂ ਇੱਕ ਪਰਾਲਬਧ ਕਰਮ ਦੇ ਮੁਤਾਬਕ ਜਨਮ ਲਿਆ। ਇਸ ਜਿੰਨੇ ਕਰਮਾਂ ਦਾ ਇਸ ਜਨਮ ਦੇ ਵਿੱਚ ਹਿਸਾਬ ਕਿਤਾਬ ਹੈ, ਕਿਸੇ ਦੀ ਉਮਰ 100 ਸਾਲ ਹੈ, ਕਿਸੇ ਦੀ 70 ਸਾਲ ਹੈ, ਕਿਸੇ ਦੀ 50 ਸਾਲ ਹੈ, ਕਿਸੇ ਦੀ 40 ਸਾਲ ਹੈ, ਕਿਸੇ ਦੀ 20 ਸਾਲ ਹੈ। ਫਿਰ ਉਹਦੀ ਜ਼ਿੰਦਗੀ 'ਚ ਜਿਹੜੇ ਦੁੱਖ ਸੁੱਖ ਭੋਗ ਲਿਖੇ ਨੇ, ਜਿੰਨੇ ਅੰਨ ਦੇ ਦਾਣੇ ਖਾਣੇ ਨੇ, ਜਿੰਨੀਆਂ ਰੋਟੀਆਂ ਖਾਣੀਆਂ ਨੇ, ਜਿੰਨੀਆਂ ਦਾਲਾਂ ਸਬਜ਼ੀਆਂ ਖੀਰਾਂ ਕੜਾਹ ਖਾਣੇ ਨੇ, ਜਿੰਨੇ ਸੁੰਦਰ ਬਿਸਤਰਿਆਂ 'ਤੇ ਸੌਣਾ, ਜਿੰਨਾ ਸੁੰਦਰ ਇਸਤਰੀਆਂ ਦਾ ਸੰਗ ਕਰਨਾ, ਸਾਰਾ ਲਿਖਿਆ ਹੋਇਆ। ਅਤੇ ਜਿੰਨੇ ਕੰਡੇ ਲਿਖੇ ਨੇ, ਜਿੰਨੀਆਂ ਮੁਸੀਬਤਾਂ ਲਿਖੀਆਂ ਨੇ, ਜੇਲ੍ਹਾਂ ਲਿਖੀਆਂ ਨੇ, ਫਾਂਸੀਆਂ ਲਿਖੀਆਂ ਨੇ, ਉਹ ਵੀ ਭੋਗਣੀਆਂ ਨੇ। ਉਹ ਕੁਛ ਬਚ ਛੋੜ ਸਕਦੀਆਂ। ਦੁੱਖ ਅਤੇ ਸੁੱਖ ਪਰਾਲਬਧ ਦੇ ਮੁਤਾਬਕ, ਉਸ ਤੋਂ ਤੁਸੀਂ ਕਿਤੇ ਭੱਜ ਨਹੀਂ ਸਕਦੇ। ਰੂਪ ਅਭੁਗਤਾ ਸਦਾ ਅਕਰਤਾ। ਪਰ ਤੇਰਾ ਰੂਪ ਇਸ ਤੋਂ ਵੱਖਰਾ ਹੈ। ਉਹ ਕੀ ਹੈ? ਉਹ ਅਭੁਗਤਾ ਹੈ ਅਤੇ ਅਕਰਤਾ ਹੈ। ਕਿਉਂਕਿ ਜਿਹੜਾ ਕਰਤਾ ਹੋਏਗਾ ਉਹ ਭੁਗਤਾ ਵੀ ਹੋਏਗਾ। ਜੇ ਮੈਂ ਕਰਮ ਕੀਤਾ ਅਤੇ ਮੈਨੂੰ ਭੋਗਣਾ ਵੀ ਪਵੇਗਾ, ਅਤੇ ਜੇ ਮੈਂ ਕੀਤਾ ਹੀ ਕੋਈ ਨਹੀਂ ਫਿਰ ਮੈਂ ਭੋਗਣਾ ਵੀ ਕੋਈ ਨਹੀਂ। ਜੋ ਮੈਂ ਕਰਤਾ ਹਾਂ, ਇੱਦਾਂ ਕਰਮ ਕਰਦਾ ਹੈ, ਉਹਨੂੰ ਫਿਰ ਉਹਦਾ ਦੁੱਖ ਜਾਂ ਸੁੱਖ ਭੋਗਣਾ ਪੈਂਦਾ। ਪਰ ਆਤਮਾ ਤਾਂ ਨਾ ਕਰਤਾ ਹੈ ਅਤੇ ਨਾ ਭੁਗਤਾ ਹੈ। ਜਦੋਂ ਇਹ ਆਪਣੇ ਆਪ ਨੂੰ ਕਰਤਾ ਸਮਝਦਾ, ਮੈਂ ਕਰਦਾ ਹਾਂ, ਮੈਂ ਇਹ ਕੀਤਾ ਹੈ, ਮੈਂ ਇਹ ਕਰ ਰਿਹਾ ਹਾਂ, ਮੈਂ ਦਾਨ ਕਰ ਰਿਹਾ, ਮੈਂ ਪੁੰਨ ਕਰ ਰਿਹਾ, ਮੈਂ ਨਿਤਨੇਮ ਕਰ ਰਿਹਾ, ਮੈਂ ਪੂਜਾ ਕਰ ਰਿਹਾ, ਮੈਂ ਪਾਠ ਕਰ ਰਿਹਾ,
ਮੈਂ ਕੀਰਤਨ ਕਰ ਰਿਹਾ, ਮੈਂ ਕਥਾ ਕਰ ਰਿਹਾ, ਮੈਂ ਚੰਗਾ ਕੰਮ ਕਰ ਰਿਹਾ, ਜਾਂ ਮੈਂ ਪਾਪ ਕਰ ਰਿਹਾ, ਚੋਰੀ ਕਰ ਰਿਹਾ, ਠੱਗੀ ਕਰ ਰਿਹਾ, ਬੇਈਮਾਨੀ ਕਰ ਰਿਹਾ, ਮੈਂ ਝੂਠ ਬੋਲ ਰਿਹਾ, ਮੈਂ ਬੋਲ ਰਿਹਾ, ਮੈਂ ਉਹ ਜਿੰਨਾ ਚਿਰ ਮੈਂ ਹੈ ਓਨਾ ਚਿਰ ਸਾਧ ਸੰਗਤ ਜੀ ਉਹਦਾ ਕਰਮ ਦਾ ਫਲ ਵੀ ਭੋਗਣਾ ਪੈਂਦਾ ਹੈ। ਆਖੋ ਸ੍ਰੀ ਵਾਹਿਗੁਰੂ। ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ। ਜਦੋਂ ਤੱਕ ਬੰਦਾ ਸਮਝਦਾ ਮੈਂ ਕਰਦਾ, ਉਹਨਾਂ ਚਿਰ ਉਹਨੂੰ ਗਰਭ ਜੋਨੀਆਂ 'ਚ ਪੈਣਾ ਹੀ ਪੈਂਦਾ ਹੈ। ਤਾਹੇ ਸੰਭਾਰ ਹੋਰ ਦੇ ਬਿਰਤਤਾ। ਹਾਂ, ਕਹਿੰਦੇ ਜਿਹੜਾ ਕਰਤਾ ਨਹੀਂ, ਜੋ ਭੋਗਤਾ ਨਹੀਂ, ਉਹ ਤੇਰਾ ਰੂਪ ਹੈ। ਜਿਹੜਾ ਕਰਤਾ ਭੋਗਤਾ ਹੈ ਉਹ ਜੀਵ ਦਾ ਭਾਵ ਹੈ। ਉਹਨੂੰ ਛੱਡ ਕੇ ਅਕਰਤੇ ਨੂੰ ਤੇ ਅਭੁਗਤੇ ਨੂੰ ਸੰਭਾਲੋ, ਉਹਦੇ ਵਿੱਚ ਵਰਤੋ। ਉੱਚ ਅਵਸਥਾ ਮਹਿ ਬ੍ਰਿਤ ਤੇਰੀ। ਤੇਰੀ ਅਵਸਥਾ ਉੱਚੀ ਹੈ, ਤੂੰ ਉੱਥੇ ਪਹੁੰਚ ਚੁੱਕਾ ਹੈ ਜਿੱਥੇ ਨਾ ਕਰਤਾ ਰਹਿ ਜਾਂਦਾ ਹੈ, ਨਾ ਭੋਗਤਾ ਰਹਿ ਜਾਂਦਾ ਹੈ। ਠਹਿਰੀ ਸੰਤਨ ਕਿਰਪਾ ਬਡੇਰੀ। ਸੰਤਾਂ ਦੀ ਕਿਰਪਾ ਨਾਲ, ਸ਼ਰਮਦ ਦੀ ਕਿਰਪਾ ਨਾਲ, ਗੁਰੂ ਹਰਿਰਾਏ ਸਾਹਿਬ ਦੀ ਕਿਰਪਾ ਨਾਲ ਤੁਹਾਡੀ ਬਿਰਤੀ ਉੱਥੇ ਟਿਕ ਗਈ ਹੈ ਜਿੱਥੇ ਸੰਸਾਰ ਦਾ ਮੋਹ, ਸੰਸਾਰ ਦੇ ਬੰਧਨ, ਜਨਮ ਮਰਨ ਦੇ ਬੰਧਨ, ਦੁੱਖ ਸੁੱਖ ਦੇ ਬੰਧਨ ਨਹੀਂ ਪਹੁੰਚ ਸਕਦੇ। ਹਾਂਜੀ, ਸਦਾ ਅਸੰਗ ਆਪ ਕੋ ਜਾਨ। ਹੇ ਦਾਰਾ ਸ਼ਿਕੋ, ਹੁਣ ਤੂੰ ਆਪਣੇ ਆਪ ਨੂੰ ਸਦਾ ਨਿਰਲੇਪ ਸਮਝ ਲੈ। ਸੰਸਾਰ ਦਾ ਲੇਪ ਨਹੀਂ ਲੱਗਦਾ। ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਗ ਸਮਾਈ। ਜਿਹੜਾ ਨਿਰਲੇਪ ਪ੍ਰਭੂ ਹੈ ਉਹ ਤੇਰੇ ਅੰਦਰ ਹੈ। ਆਪਣੇ ਆਪ ਨੂੰ ਉਹ ਸਮਝ ਲੈ। ਤਨ ਕੇ ਹਾਨ ਨਹੀਂ ਤੁਵਹਾਨ। ਇਹ ਸਰੀਰ ਦੇ ਬਿਨਸਨ ਦੇ ਨਾਲ ਤੇਰਾ ਨਾਸ ਨਹੀਂ ਹੋਣਾ। ਸਰੀਰ ਮਰੇਗਾ, ਤੂੰ ਨਹੀਂ ਮਰੇਗਾ। ਆਹਾ, ਮਰਨ ਹਾਰੇ ਜੀਰਾ ਨਾ ਏ। ਇਹ ਮਰਨ ਵਾਲਾ ਨਹੀਂ ਜਿਹੜਾ ਅੰਦਰ ਬੋਲ ਰਿਹਾ ਹੈ। ਸਰੀਰ ਤਾਂ ਇੱਦਾਂ ਹੈ ਜਿਵੇਂ ਕੱਪੜੇ ਅੱਜ ਕਾਲੇ ਪਾ ਲਏ, ਕੱਲ੍ਹ ਨੀਲੇ ਪਾ ਲਏ, ਪਰਸੋਂ ਪੀਲੇ ਪਾ ਲਏ, ਚਿੱਟੇ ਪਾ ਲਏ, ਗਰਮ ਕੱਪੜੇ ਪਾ ਲਏ, ਕਦੀ ਠੰਡੇ ਕੱਪੜੇ ਪਾ ਲਏ। ਇੱਦਾਂ ਆਤਮਾ ਸਰੀਰ ਬਦਲਦੀ ਹੈ। ਕਦੀ ਕੁੱਤਾ ਬਣ ਗਿਆ, ਕਦੀ ਸ਼ੇਰ ਬਣ ਗਿਆ, ਕਦੀ ਸੱਪ ਬਣ ਗਿਆ, ਕਦੀ ਬਘਿਆੜ ਬਣ ਗਿਆ, ਕਦੀ ਹਾਥੀ ਬਣ ਗਿਆ, ਕਦੀ ਘੋੜਾ ਬਣ ਗਿਆ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਇਹ ਆਤਮਾ ਜੂਨਾਂ 'ਚ ਗੇੜੇ ਕੱਟਦੀ 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 ਅੱਜ ਇੱਥੇ ਆਈ ਹੈ। ਇੱਥੋਂ ਅੱਗੇ ਕਿਤੇ ਹੋਰ ਚਲੇ ਜਾਣਾ। ਮੈਂ ਇਸ ਸਰੀਰ ਤੋਂ ਵੱਖਰਾ ਹਾਂ। ਮੈਂ ਉਸ ਅਕਾਲ ਪੁਰਖ ਦੀ ਜੋਤ ਹਾਂ। ਇਸ ਤਰ੍ਹਾਂ ਜਾਣ ਲੈ। ਤਬ ਤਨ ਦੁਖ ਤੇ ਦੁਖ ਪੀ ਨਾਹੇ। ਤੇਰੇ ਸਰੀਰ ਦੇ ਦੁੱਖ ਨਾਲ ਤੇਰੀ ਆਤਮਾ ਨੂੰ ਕੋਈ ਦੁੱਖ ਨਹੀਂ ਹੁੰਦਾ। ਕਹਾਂ ਪਦਾਰਥ ਤੇ ਸੁਖ ਪਾਹੇ। ਤੇ ਇਹ ਪਦਾਰਥਾਂ ਨਾਲ ਸੁਖੀ ਵੀ ਨਹੀਂ ਹੁੰਦੀ। ਆਤਮਾ ਨਾ ਦੁੱਖਾਂ ਨਾਲ ਦੁਖੀ ਹੁੰਦੀ ਹੈ। ਮਨ ਦੁਖੀ ਹੁੰਦਾ, ਤਨ ਦੁਖੀ ਹੁੰਦਾ, ਸਾਡੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੁਖੀ ਹੁੰਦੀਆਂ। ਜੀਵ ਦੀ ਬੁੱਧੀ ਤੱਕ ਦੁੱਖ ਪਹੁੰਚਦਾ ਹੈ, ਆਤਮਾ ਤੱਕ ਦੁੱਖ ਨਹੀਂ ਪਹੁੰਚਦਾ। ਔਰ ਆਤਮਾ ਤੱਕ ਸੁੱਖ ਵੀ ਨਹੀਂ ਪਹੁੰਚਦਾ। ਆਤਮਾ ਸੁਖੀ ਹੈ ਉਹ ਕਿਹਦੇ ਨਾਲ? ਉਸ ਅਕਾਲ ਪੁਰਖ ਨਾਲ ਜੁੜ ਕੇ। ਜਦੋਂ ਉਸ ਅਕਾਲ ਪੁਰਖ ਨਾਲ ਆਤਮਾ ਜੁੜ ਜਾਂਦੀ ਹੈ, ਫਿਰ ਸਰੀਰ ਨੂੰ ਵੀ ਕੋਈ ਵੱਢੀ ਜਾਵੇ, ਟੁੱਕੀ ਜਾਵੇ, ਤਤੀਆਂ ਤਵੀਆਂ 'ਤੇ ਬਹਾ ਦੇਵੇ, ਕੋਈ ਖੋਪਰੀ ਲਾ ਦੇਵੇ, ਕੋਈ ਬੰਦ ਕੱਟ ਦੇਵੇ, ਭਾਵੇਂ ਕੋਈ ਆਰੇ ਨਾਲ ਚੀਰ ਦੇਵੇ, ਭਾਵੇਂ ਜਿਉਂਦੇ ਸਾੜ ਦੇਵੇ, ਉੱਥੇ ਫਿਰ ਦੁੱਖ ਪਹੁੰਚ ਨਹੀਂ ਸਕਦਾ। ਹਾਂਜੀ, ਪ੍ਰਾਪਤ ਭਾ ਸੁਖ ਬੜ ਅਬਿਨਾਸੀ। ਤੈਨੂੰ ਅਬਿਨਾਸੀ ਸੁੱਖ ਮਿਲ ਗਿਆ ਹੈ ਜਿਹੜਾ ਨਾਸ ਨਹੀਂ ਹੋਣਾ। ਦੁਨੀਆ ਦੇ ਸਾਰੇ ਸੁੱਖ, ਸਾਰੇ ਹੀ ਸੁੱਖ ਖਤਮ ਹੋ ਜਾਂਦੇ ਆ। ਉਹਨਾਂ ਦੀ ਲਿਮਿਟ ਹੈ ਸੁੱਖਾਂ ਦੀ। ਕੋਈ 5 ਸਾਲ, ਕੋਈ 10 ਸਾਲ, ਕੋਈ 20 ਸਾਲ। ਸਾਧ ਸੰਗਤ ਜੀ, ਬਚਪਨ ਦਾ ਸੁੱਖ 16-17 ਸਾਲ ਦੀ ਉਮਰ ਤੱਕ ਹੁੰਦਾ। ਬੇਫਿਕਰੀ ਹੁੰਦੀ ਮਾਂ ਬਾਪ ਦੇ ਸਿਰ 'ਤੇ, ਬੱਚੇ ਆਰਾਮ ਨਾਲ ਹੱਸਦੇ ਖੇਡਦੇ ਆ। ਫਿਰ ਜਵਾਨੀ ਦਾ ਸੁੱਖ ਆਉਂਦਾ। 40-45 ਸਾਲ ਦੀ ਉਮਰ ਤੋਂ ਬਾਅਦ, 50 ਸਾਲ ਦੀ ਉਮਰ ਤੋਂ ਬਾਅਦ ਜਵਾਨੀ ਦਾ ਸੁੱਖ ਘਟਣਾ ਸ਼ੁਰੂ ਹੋ ਜਾਂਦਾ। ਫਿਰ ਬੁਢੇਪੇ ਦਾ ਸਾਰਾ ਕੁਝ ਬਦਲ ਜਾਂਦਾ, ਕੁਛ ਨਹੀਂ ਰਹਿੰਦਾ। ਹਾਂਜੀ, ਅਹੰ ਬ੍ਰਹਮ ਆਸਮ ਮਹਿ ਬ੍ਰਿਤ ਬਾਸੀ। ਔਰ ਜਿਹਦੀ ਬਿਰਤੀ ਆਤਮ ਵਿੱਚ ਮੈਂ ਬ੍ਰਹਮ ਰੂਪ ਹਾਂ, ਅਹੰ ਬ੍ਰਹਮ ਅਸਮੀ। ਜਿਹੜਾ ਬ੍ਰਹਮ ਅਸਮੀ, ਮੈਂ ਬ੍ਰਹਮ ਰੂਪ ਹਾਂ, ਮੈਂ ਉਸ ਅਕਾਲ ਪੁਰਖ ਦੀ ਜੋਤ ਹਾਂ, ਉਹਦੇ ਵਿੱਚ ਬਿਰਤੀ ਟਿਕਾ ਲੈਂਦਾ। ਉਹਨੂੰ ਨਾ ਦੁੱਖ ਪਹੁੰਚਦਾ ਨਾ ਸੁੱਖ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇ ਅਰ ਪਹਿ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਉਹ ਮਿੱਟੀ ਦੇ ਸੋਨੇ ਨੂੰ ਇੱਕੋ ਜਿਹਾ ਹੀ ਸਮਝਦਾ। ਹਾਂਜੀ, ਤਜਹੁ ਉਪਾਦ ਵਿਚਾਰ ਹੋ ਰੂਪ। ਮਹਾਰਾਜ ਕਹਿੰਦੇ, ਹੇ ਦਾਰਾ, ਉਹ ਫਕੀਰ ਕਹਿਣ ਲੱਗਾ, ਹੇ ਦਾਰਾ ਸ਼ਿਕੋ, ਇਹ ਦੁਨੀਆ ਦੀਆਂ ਉਪਾਧੀਆਂ ਛੱਡੋ।
मैं दुखी हाँ, मैं सुखी हाँ, मैं राजा हाँ, मैं भिखारी हाँ, मैं जित्या, मैं हारिया, ये सारिया उपाधियां छड्ड के मैं ब्रह्म रूप हाँ, ਇਹਦੀ विचार बार बार चिंतन करो। मिलियो आनंद समुंदर अनूप। ਉਹ ਆਨੰਦ ਦਾ ਸਮੁੰਦਰ ਜਿਹਦਾ ਕੋਈ ਅੰਤ ਹੀ ਨਹੀਂ, ਉਸ ਆਨੰਦ ਦੇ ਸਮੁੰਦਰ 'ਚ ਮਿਲ ਜਾਓ। ਜਿਸ ਪਦ ਯੋਗੀ ਸਦਾ ਅਰਾਧ ਹੈ। ਜਿਸ ਪਦਵੀ ਨੂੰ ਯੋਗੀ ਜਨ ਪ੍ਰਾਪਤ ਕਰਨ ਵਾਸਤੇ ਲਗਾਤਾਰ ਤਪ ਕਰਦੇ ਨੇ, ਯੋਗ ਸਾਧਨਾ ਕਰਦੇ ਨੇ, ਆਰਾਧਨਾ ਕਰਦੇ ਨੇ ਵੀ ਸਾਡੀ ਅਵਸਥਾ ਉੱਥੇ ਪਹੁੰਚ ਜਾਵੇ ਜਿੱਥੇ ਦੁੱਖ ਸੁਖ ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ਼ ਗੁਰਮੁਖ ਅੰਤਰ ਸਹਿਜ ਹੈ। ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ। ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ਼। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਬਚਨ ਕਰਦੇ ਆ ਵੀ ਉੱਥੇ ਜਿਹੜਾ ਪਹੁੰਚ ਜਾਂਦਾ ਹੈ ਨਾ, ਉੱਥੇ ਫਿਰ ਦੁੱਖ ਸੁੱਖ ਹਰਖ ਸੋਗ ਮਾਨ ਅਪਮਾਨ ਪਾਪ ਪੁੰਨ ਕੁਛ ਨਹੀਂ ਹੁੰਦਾ। ਇਹ 21ਵੀਂ ਅਸ਼ਟਪਦੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਉਸ ਅਵਸਥਾ ਦਾ ਜ਼ਿਕਰ ਕੀਤਾ ਹੈ। ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ, पाप पुण्य तब कहते होता। जब तहारी आपन सुन समाद, तब बैर विरोध के संग मात। जब इसका वर्ण चिन्ह न जापत, तब हर्ष सो को किसै व्याप्त। जब आपन आप पार ब्रह्म, तब मोह कहाँ किस होवत परम। आपन खेल आप प्रतीजा, नानक करने हार न दूजा। ਇਹੋ ਜਿਹੀ ਅਵਸਥਾ ਬਣ ਜਾਂਦੀ ਹੈ। ਕੋਟ ਯਤਨ ਕਰਕੇ ਹੂੰ ਲੱਦ ਹੈ। ਕਰੋੜਾਂ ਯਤਨ ਕਰਕੇ ਕੋਈ ਇਸ ਅਵਸਥਾ ਨੂੰ ਲੱਭਦਾ ਹੈ। ਇਹ ਅਵਸਥਾ ਕੋਈ ਬਾਜ਼ਾਰਾਂ 'ਚ ਨਹੀਂ ਵਿਕਦੀ। ਇਹ ਅਵਸਥਾ ਕੋਈ ਸੌਖੀ ਜੀ ਨਹੀਂ ਮਿਲਦੀ। ਪਹਿਲੀ ਗੱਲ ਤਾਂ ਧਰਮ ਦੇ ਰਾਹ 'ਤੇ ਕੋਈ ਤੁਰਦਾ ਹੀ ਨਹੀਂ। ਜੇ ਕੋਈ ਤੁਰ ਪਵੇ ਤਾਂ ਇਸ ਅਵਸਥਾ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੈ। ਜੇ ਲੱਖਾਂ ਲੋਕ ਤੁਰਦੇ ਨੇ ਤੇ ਇੱਕ ਅੱਧਾ ਪਹੁੰਚਦਾ ਹੈ। ਤੂੰ ਪਹੁੰਚ ਗਿਆ ਹੈ, ਇਸ ਕਰਕੇ ਤੂੰ ਵਧਾਈ ਦਾ ਪਾਤਰ ਹੈ। ਸੋ ਤੇਰੇ ਹਸਤਾਮਲ ਹੋਇਓ। ਉਹ ਬ੍ਰਹਮ ਗਿਆਨ ਇਹਨੂੰ ਹਸਤਾਮਲਕ ਹੱਥ 'ਤੇ ਧਰੇ ਔਲੇ ਦੀ ਤਰ੍ਹਾਂ ਪ੍ਰਤੱਖ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਇੱਦਾਂ ਹੱਥ 'ਤੇ ਕੋਈ ਚੀਜ਼ ਰੱਖੀ ਹੋਵੇ, ਉਹਨੂੰ ਸਾਬਤ ਕਰਨ ਦੀ ਕੀ ਲੋੜ ਹੈ? ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਤੈਨੂੰ ਇੱਦਾਂ ਜਿਵੇਂ ਹੱਥ 'ਤੇ ਧਰਿਆ ਔਲਾ ਸਾਫ਼ ਦਿਸਦਾ ਹੈ, ਤੈਨੂੰ ਬ੍ਰਹਮ ਸਾਫ਼ ਦਿਸਦਾ ਹੈ। ਸਤ ਸੰਗਤ ਕਰਨਾ ਤੇ ਜੋਇਓ। ਇਹ ਸਭ ਸਾਧ ਸੰਗਤ ਦੀ ਕਿਰਪਾ ਨਾਲ ਹੋਇਆ ਹੈ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਤੂੰ ਪਹੁੰਚ ਗਿਆ ਟਿਕਾਣੇ ਤੇ ਬਈ। ਹਾਂਜੀ, ਇਤਿਆਦਿਕ ਕਰ ਬਾਕ ਬਿਲਾਸਾ। ਇਸ ਤਰ੍ਹਾਂ ਦੇ ਬਚਨ ਬਿਲਾਸ ਮਹਾਰਾਜ ਸਾਹਿਬ ਜੀ ਜੋ ਗੁਰਬਾਣੀ ਵਿੱਚ ਲਿਖਦੇ ਹਨ ਬਈ ਅਵਸਥਾ ਬ੍ਰਹਮ ਗਿਆਨੀ ਦੀ ਕੋਈ ਬਿਰਲਾ ਹੀ ਪਹੁੰਚਦਾ ਹੈ। ਕੋਈ ਬਿਰਲਾ ਕੋ ਦਰਵੇਸ਼। ਉੱਥੇ ਤੂੰ ਪਹੁੰਚ ਗਿਆ ਹੈ। ਇੱਦਾਂ ਉਸ ਫਕੀਰ ਨੇ ਦਾਰਾ ਸ਼ਿਕੋ ਨਾਲ ਬਚਨ ਬਿਲਾਸ ਕੀਤੇ। ਜਿਨ ਕੇ ਤਨ ਅਭਿਮਾਨ ਬਿਨਾਸ਼ਾ। ਔਰ ਮਨ ਦੇ ਵਿੱਚੋਂ ਸਾਧ ਸੰਗਤ ਜੀ ਹੰਕਾਰ ਤਾਂ ਖਤਮ ਹੋ ਚੁੱਕਾ ਸੀ ਕਦੋਂ ਦਾ। ਮੈਂ ਸਰੀਰ ਹਾਂ, ਇਹ ਵੀ ਖਤਮ ਹੋ ਚੁੱਕਾ ਸੀ। ਮੈਂ ਮਨ ਬੁੱਧੀ ਹਾਂ, ਇਹ ਵੀ ਖਤਮ ਹੋ ਚੁੱਕਾ ਸੀ। ਮੈਂ ਜੀਵ ਹਾਂ, ਇਹ ਵੀ ਖਤਮ ਹੋ ਚੁੱਕਾ ਸੀ। ਹੁਣ ਤਾਂ ਮੈਂ ਬ੍ਰਹਮ ਹਾਂ, ਇਹੀ ਪ੍ਰਕਾਸ਼ ਹੋ ਗਿਆ ਸੀ। ਤੇ ਇਹ ਪ੍ਰਕਾਸ਼ ਐਸਾ ਹੁੰਦਾ ਹੈ ਵੀ ਇਹਦੀ ਕੋਈ ਵਿਆਖਿਆ ਨਹੀਂ ਹੁੰਦੀ। ਨੇਤ ਨੇਤ ਬੰਤਰਣ ਕਹਿਤ, ਇੱਥੇ ਬਸ ਨਹੀਂ, ਇੱਥੇ ਬਸ ਨਹੀਂ, ਇੱਥੇ ਬਸ ਨਹੀਂ। ਇਹ ਕਥਾ ਅਕਥ ਕਥਾ ਹੈ। ਅਕਥ ਕਥਾ ਕਥੀ ਨਾ ਜਾਏ, ਤੀਨ ਲੋਕ ਰਹਿਓ ਸਮਾਏ। ਇਹ ਮਹਾਰਾਜ ਅਕਾਲ ਪੁਰਖ ਦੇ ਸਰੂਪ ਦੀ ਪ੍ਰਾਪਤੀ ਦਾਰਾ ਸ਼ਿਕੋ ਨੂੰ ਹੋ ਗਈ ਸੀ। ਦਾਰਿਸ਼ ਕੋ ਮਸਤ ਸੁਨ ਹੋਇਓ। ਉਸ ਮਹਾਂਪੁਰਸ਼ ਦੇ ਬਚਨ ਸੁਣ ਕੇ ਹੋਰ ਰੰਗ ਚੜਿਆ। ਕਿਉਂਕਿ ਇਹ ਜਿਹੜੀ ਅਵਸਥਾ ਹੈ ਇਹ ਬਣੀ ਰਹਿੰਦੀ ਹੈ ਜੇ ਰੋਜ਼ ਕਥਾ ਸੁਣੀਏ, ਰੋਜ਼ ਸਤਪੁਰਸ਼ਾਂ ਦੀ ਸੰਗਤ ਕਰੀਏ। ਤਿਨਾਂ ਦੇਖ ਮਨ ਚਾਓ ਉਠੰਦਾ ਹੋਂ, ਕਦ ਪਾਈ ਗੁਣ ਤਾਸਾ। ਛੈਲ ਲੰਘੰਦੇ ਪਾਰ ਗੋਰੀ ਮਨ ਧੀਰਿਆ। ਜਦੋਂ ਕੋਈ ਗੱਭਰੂ ਨੌਜਵਾਨ ਨਦੀ ਤਰ ਕੇ ਜਾਂਦਾ ਹੋਵੇ ਤੇ ਗੋਰੀ ਸੁੰਦਰ ਇਸਤਰੀ ਉਹ ਵੀ ਹੌਸਲਾ ਕਰ ਲੈਂਦੀ ਵੀ ਚਲੋ ਮੈਂ ਵੀ ਤਰ ਜਾਂਗੀ ਜੇ ਇਹ ਤਰ ਗਏ ਨੇ। ਬ੍ਰਹਮ ਗਿਆਨੀਆਂ ਨੂੰ ਵੇਖ ਕੇ ਸਾਡੇ ਵਰਗੇ ਬੰਦੇ ਵੀ ਛਾਲ ਮਾਰ ਦਿੰਦੇ ਵੀ ਚਲੋ ਅਸੀਂ ਵੀ ਕਿਸੇ ਬੰਨੇ ਲੱਗ ਜਾਵਾਂਗੇ, ਤੁਰ ਤੇ ਪਈਏ। ਸੋ ਇਹ ਸਾਧ ਸੰਗਤ ਜੀ ਐਸੀ ਅਵਸਥਾ ਇਸ ਮਹਾਂਪੁਰਸ਼ ਦਾ ਸੰਗ ਕਰਕੇ ਦਾਰਾ ਸ਼ਿਕੋ ਦੀ ਹੋਰ ਬਣ ਗਈ। ਜੋ ਹੋਵੇਗਾ ਦੇਖੀ ਜਾਏਗੀ। ਹੁਣ ਮਰਨੇ ਤੇ ਕਿਆ ਡਰਪਨਾ, ਜਬ ਹਾਥ ਸਿੰਧੌਰਾ ਲੀਨ। ਹੁਣ ਮੌਤ ਦਾ ਕੀ ਡਰ ਹੈ? ਆਉਂਦੀ ਹੈ ਆਵੇ,
ਕੱਲ ਆਉਣੀ ਹੈ, ਅੱਜ ਆ ਜਾਵੇ। ਹੁਣ ਮੌਤ ਦੀ ਪਰਵਾਹ ਨਹੀਂ ਰਹੀ। ਅੰਨ ਮਨੋਰਥ ਉਰ ਤੇ ਖੋਇਓ, ਮਨ ਦੇ ਵਿੱਚੋਂ ਸਾਰੇ ਦੂਜੇ ਵਿਕਾਰ ਮਨੋਰਥ ਖਤਮ ਹੋ ਗਏ। ਜੈਬੋ ਆਨ ਥਾਨ ਕੋ ਤਿਆਗਿਓ, ਹੁਣ ਨਹੀਂ ਕਿਤੇ ਜਾਣਾ, ਹੁਣ ਲੁਕਣਾ ਨਹੀਂ। ਅੱਗੇ ਦੇ ਲੁਕਦਾ ਫਿਰਦਾ ਸੀ ਵਿਚਾਰਾ ਵੀ ਪਿੱਛੇ ਮੇਰੇ ਔਰੰਗਜ਼ੇਬ ਦੀ ਫੌਜ ਲੱਗੀ ਹੈ, ਫਕੀਰਾਂ ਵਾਲੇ ਕੱਪੜੇ ਪਾ ਲਏ ਸੀ ਵੀ ਚਲੋ ਪਹਾੜਾਂ 'ਤੇ ਜਾ ਕੇ ਕਿਸੇ ਗੁਫਾ 'ਚ ਬਹਿ ਜਾਵਾਂਗੇ, ਜਿਹੜੀ ਜ਼ਿੰਦਗੀ ਦੇ 10 ਸਾਲ ਨੇ ਉੱਥੇ ਰਾਮ ਰਾਮ ਜਪਾਂਗੇ, ਫਿਰ ਜਿਵੇਂ ਸਰੀਰ ਦਾ ਅੰਤ ਹੋਵੇਗਾ ਹੋ ਜਾਏਗਾ। ਪਹਿਲਾਂ ਤਾਂ ਇਹ ਸੋਚਿਆ ਸੀ, ਪਹਾੜਾਂ ਵੱਲ ਹੀ ਤੁਰਿਆ ਪਿਆ ਸੀ, ਕਿੱਥੇ ਗੁਜਰਾਤ, ਕਾਠੀਆਵਾਦ, ਅਹਿਮਦਾਬਾਦ, ਉੱਧਰੋਂ ਤੁਰ ਕੇ ਇਹ ਚੰਡੀਗੜ੍ਹ ਦੇ ਇਲਾਕੇ, ਖਰੜ ਦੇ ਇਲਾਕੇ 'ਚ ਪਹੁੰਚਿਆ ਸੀ। ਉੱਥੇ ਡੇਰੇ ਵਿੱਚ ਸਾਧੂ ਮਹਾਤਮਾ ਨੇ ਆਹ ਗੱਲ ਕਹਿਤੀ, ਫਿਰ ਕਹਿੰਦਾ ਵੀ ਹੁਣ ਅੱਗੇ ਨਹੀਂ ਜਾਣਾ, ਹੁਣ ਮੌਤ ਵਾਲੇ ਪਾਸੇ ਜਾਵਾਂਗੇ, ਮੌਤ ਨੂੰ ਵੀ ਚੈਲੰਜ ਕਰਾਂਗੇ। ਹਾਂਜੀ, ਅੰਤਰ ਬ੍ਰਿਤ ਕੇ ਰਸ ਮਹਿ ਪਾਗਿਓ, ਅੰਤਰ ਬਿਰਤੀ ਹੋ ਗਈ ਸੀ, ਉਸ ਰਸ ਦੇ ਵਿੱਚ ਭਿੱਜ ਗਿਆ ਸੀ। ਉਹ ਰਸ ਐਸਾ ਹੈ ਨਾ, ਉਹਦੇ ਸਾਹਮਣੇ ਸਾਧ ਸੰਗਤ ਜੀ ਲੱਖਾਂ ਮੌਤਾਂ ਕੁਛ ਨਹੀਂ ਹੁੰਦੀਆਂ। ਮੌਤ ਕੀ ਹੈ, ਜਿੰਨੀ ਮਰਜ਼ੀ ਚੜ੍ਹ ਕੇ ਆਵੇ, ਹਮਲੇ ਕਰੇ, ਬ੍ਰਹਮ ਗਿਆਨੀ ਨੂੰ ਕੋਈ ਫਰਕ ਨਹੀਂ ਪੈਂਦਾ। ਐਸੀ ਅਵਸਥਾ ਇਸ ਬ੍ਰਹਮ ਗਿਆਨੀ ਦਾਰਾ ਸ਼ਿਕੋ ਦੀ ਬਣ ਚੁੱਕੀ ਸੀ। ਦੁਸ਼ਮਨ ਕਹੋ ਆਜ ਹੀ ਆਏ, ਆਹ ਅੱਜ ਫਿਰ ਕਹਿੰਦਾ ਕੋਈ ਪਰਵਾਹ ਨਹੀਂ ਰਹੀ। ਜਿਹੜੇ ਦੁਸ਼ਮਣ ਨੇ ਫੜਨਾ ਸੀ, ਜਿਹੜੇ ਫੜਨ ਨੂੰ ਪਿੱਛੇ ਲੱਗੇ ਫਿਰਦੇ ਸੀ, ਉਹਨਾਂ ਨੂੰ ਕਹਿਤਾ ਅੱਜ ਹੀ ਆ ਕੇ ਫੜ ਲੈਣਾ, ਅੱਜ ਹੀ ਮੈਨੂੰ ਹੱਥ ਕੜੀਆਂ ਲਾ ਲੈਣਾ, ਅੱਜ ਹੀ ਮੇਰੇ ਸਰੀਰ ਦਾ ਟੋਟਾ ਟੋਟਾ ਕਰ ਦੇਣ, ਮੇਰਾ ਸਿਰ ਕਲਮ ਕਰ ਦੇਣ, ਕੋਈ ਪਰਵਾਹ ਨਹੀਂ। ਹਾਂਜੀ, ਕਰਿਓ ਜੇ ਚਾਹੇ ਦੇਹੇ ਮਰਵਾਏ, ਜੇ ਦੁਸ਼ਮਣ ਮਰਵਾਉਣਾ ਚਾਹੁੰਦਾ, ਔਰੰਗਜ਼ੇਬ ਮੈਨੂੰ ਮਰਵਾਉਣਾ ਚਾਹੁੰਦਾ, ਮਰਵਾ ਦੇਵੇ। ਅੰਤਵੰਤ ਤਨ ਕਹਾਂ ਸਨੇਹੋ, ਕਿਉਂਕਿ ਸਰੀਰ ਤਾਂ ਅੰਤ ਵਾਲਾ ਹੀ ਹੈ, ਇਹਦਾ ਤੇ ਅੰਤ ਹੋਣਾ ਹੀ ਹੋਣਾ ਹੈ। ਕਦੀ ਨਾ ਕਦੀ ਜੇ 10 ਸਾਲ ਹੋਰ ਜੀ ਲਾਂਗਾ ਫਿਰ ਮਰਾਂਗਾ, 50 ਸਾਲ 100 ਸਾਲ ਜੀ ਕੇ, ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ, 100 ਸਾਲ ਜੀ ਲਾਂ ਹੱਦ, ਫਿਰ ਵੀ ਮਰਾਂਗੇ। ਤੇ ਜਿਹੜੀ ਮੌਤ ਨੇ ਕੱਲ ਆਉਣਾ ਅੱਜ ਹੀ ਆ ਜਾਵੇ, ਕਾਹਦੀ ਪਰਵਾਹ ਹੈ। ਹਾਂਜੀ, ਨਿਸ਼ਚੈ ਬਿਨਸਨ ਗਤ ਕਬ ਲੇਹੋ, ਆਹ ਕਹਿੰਦੇ ਇਹਨੇ ਤੇ ਵਿਨਸਣਾ ਹੀ ਹੈ, ਨਿਸ਼ਚੈ ਹੀ ਹੈ, ਇਹ ਗੱਲ ਦਾ ਪੱਕਾ ਪਤਾ ਹੀ ਹੈ। ਇਹਦੇ 'ਚ ਕਾਹਦਾ, ਇਹ ਸਰੀਰ ਨੇ ਭਾਵੇਂ ਕੋਈ 100 ਸਾਲ ਜੀਏਗਾ, ਫਿਰ ਵੀ ਸਰੀਰ ਨੇ ਮਿੱਟੀ ਦੀ ਢੇਰੀ ਬਣਨਾ ਹੈ। ਦ੍ਰਿੜ ਸੰਕਲਪ ਜਬ ਹੈ ਇਮਕੀਨ, ਦਾਰਾ ਸ਼ਿਕੋ ਨੇ ਆਪਣਾ ਇਰਾਦਾ ਬਦਲ ਲਿਆ ਪਹਾੜਾਂ ਵੱਲ ਜਾਣ ਦਾ। ਹੁਣ ਤਾਂ ਮੌਤ ਨਾਲ ਗੱਲਾਂ ਕਰਾਂਗੇ, ਹੁਣ ਤਾਂ ਜੇਲ੍ਹ ਵਿੱਚ ਬਹਿ ਕੇ ਉਸ ਖੁਦਾ ਨਾਲ ਜੁੜਾਂਗੇ, ਕਿਉਂਕਿ ਹੁਣ ਰਾਮ ਰਾਮ ਜਪਣ ਲਈ ਪਹਾੜਾਂ 'ਚ ਜਾਣ ਦੀ ਲੋੜ ਨਹੀਂ। ਉਹ ਖਿਆਲ ਬਦਲ ਦਿੱਤਾ ਵੀ ਮੈਂ ਪਹਾੜਾਂ ਵਿੱਚ ਜਾ ਕੇ ਬੰਦਗੀ ਕਰਾਂਗਾ, ਉਹ ਭੁੱਲ ਗਿਆ। ਹੁਣ ਆ ਗਿਆ ਵੀ ਚਲੋ ਉਸ ਮੌਤ ਨੂੰ ਹੀ ਦੇਖ ਲਈਏ, ਉਹ ਮੌਤ ਮੇਰਾ ਕੀ ਵਿਗਾੜ ਸਕਦੀ ਹੈ, ਕਿਉਂਕਿ ਮੈਂ ਤਾਂ ਨਾ ਮਰਨ ਵਾਲਾ ਹਾਂ ਨਾ ਮੈਂ ਜੰਮਣ ਵਾਲਾ ਹਾਂ। ਨਹਿ ਕਿਸ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟ ਅਣਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਬਹੁਤ ਉੱਪਰਲੀ ਅਵਸਥਾ ਹੈ ਸਾਧ ਸੰਗਤ ਜੀ, ਸੈਂਕੜੇ ਜਨਮਾਂ ਵਿੱਚ ਵੀ ਸਾਡੀ ਅਵਸਥਾ ਇਹ ਬਣ ਨਹੀਂ ਸਕਦੀ ਜਿਹੜੀ ਉਸ ਮਹਾਂਪੁਰਸ਼ ਦੀ ਸੰਗਤ ਨਾਲ ਦਾਰਾ ਸ਼ਿਕੋ ਦੀ ਬਣ ਚੁੱਕੀ ਸੀ। ਸਕਲ ਸਮਾਜ ਨਫਰ ਕੋ ਦੀਨ, ਉਸ ਵੇਲੇ ਦਾਰਾ ਸ਼ਿਕੋ ਨੇ ਆਪਣਾ ਜਿਹੜਾ ਬਚਿਆ ਖੁਚਿਆ ਸਮਾਨ ਸੀ, 2 ਘੋੜੇ ਸੀਗੇ, ਇੱਕ ਆਪਣੇ ਕੋਲ ਸੀ, ਇੱਕ ਨੌਕਰ ਕੋਲ ਸੀ, ਲੱਖਾਂ ਕਰੋੜਾਂ ਰੁਪਏ ਦਾ ਸਮਾਨ ਉਹਨੇ ਗੁਜਰਾਤ ਵਿੱਚ ਆਪਣੇ 5000 ਸਾਥੀਆਂ ਨੂੰ ਵੰਡ ਦਿੱਤਾ ਸੀ, ਸਿਪਾਹੀਆਂ ਨੂੰ, ਅਫਸਰਾਂ ਨੂੰ, ਸਭ ਦੇ ਦਿੱਤਾ ਸੀ। ਥੋੜ੍ਹਾ ਜਿਹਾ ਮਾੜਾ ਮੋਟਾ ਜਿਵੇਂ ਹੁਣ ਖਰਚਾ ਪਾਣੀ ਦਾ ਜੇਬ 'ਚ ਰੱਖਣਾ ਪੈਂਦਾ, ਆਟੇ ਦਾਲ ਜੋਗਾ, ਰੋਟੀ ਪਾਣੀ ਜੋਗਾ, ਉਹ ਮਾੜਾ ਜਿਹਾ ਸੀਗਾ। ਉਹ ਵੀ ਆਪਣੇ ਕੱਪੜਿਆਂ ਸਮੇਤ, ਆਪਣੇ ਘੋੜੇ, ਘੋੜੇ ਦੀ ਕਾਠੀ, ਸਾਰਾ ਕੁਝ ਨਾ ਨੌਕਰ ਨੂੰ ਦੇਤਾ। ਲੈ ਬਈ ਹੁਣ ਜੋ ਅਖੀਰਲਾ ਸੀਗਾ ਇਹ ਤੈਨੂੰ ਦਿੱਤਾ, ਤੇ ਆਪਾਂ ਹੁਣ ਚੱਲੇ ਆਪਣੇ ਰੰਗ ਵਿੱਚ। ਹਾਂਜੀ, ਜ਼ੇਵਰ ਜਰੇ ਜਵਾਹਰ ਸਾਰੇ, ਕੀਮਤੀ ਜਵਾਹਰਾਤ ਸਨ, ਕੁਝ ਸੋਨਾ ਸੀ ਥੋੜ੍ਹਾ ਜਿਹਾ ਕੋਲ ਛੁਪਾ ਕੇ ਰੱਖਿਆ ਸੀ ਔਖੇ ਵੇਲੇ ਵਾਸਤੇ, ਥੋੜ੍ਹਾ ਜਿਹਾ ਸੀਗਾ, ਉਹ ਵੀ ਸਾਧ ਸੰਗਤ ਜੀ ਸੋਨਾ ਉਹ ਆਪਣੇ ਨੌਕਰ ਨੂੰ ਫੜਾ ਦਿੱਤਾ। ਸ਼ਾਸਤਰ ਬਸਤਰ ਹੈ ਸਹਿਤ ਉਦਾਰੇ, ਆਪਣੇ ਕੀਮਤੀ ਸ਼ਾਸਤਰ ਬਸਤਰ ਘੋੜੇ ਸਭ ਕੁਛ ਨੌਕਰ ਨੂੰ ਸੰਭਾਲ ਦਿੱਤੇ। ਦੇਸਰ ਬੰਸ ਕਹਿਓ ਅਬ ਜਾਹੋ, ਸਭ ਕੁਛ ਦੇਤਾ। ਇੱਕ ਕੌਡੀ ਵੀ ਜਿਹਨੂੰ ਕਹਿੰਦੇ ਨਾ, ਕੌਡੀ ਵੀ ਉਹ ਵੀ ਕੋਲ ਨਹੀਂ ਰੱਖੀ। ਹੁਣ ਹਿੰਦੁਸਤਾਨ ਦਾ ਬਾਦਸ਼ਾਹ ਅੱਜ ਫਕੀਰ ਬਣਿਆ। ਸਾਧ ਸੰਗਤ ਜੀ, ਫਕੀਰੀ ਕੁਛ ਸੌਖੀ ਚੀਜ਼ ਨਹੀਂ, ਕੋਈ ਛੋਟੀ ਚੀਜ਼ ਨਹੀਂ। ਫਕੀਰੀ ਦਾ ਆਨੰਦ ਲੱਖਾਂ ਬਾਦਸ਼ਾਹੀਆਂ ਨਾਲੋਂ ਵੱਡਾ ਹੁੰਦਾ, ਪਰ ਇਹ ਸਵਾਦ ਜਾਣਦਾ ਉਹੀ ਹੈ ਜਿਹਨੂੰ ਆਉਂਦਾ ਹੈ। ਇਹ ਰੱਬ ਦੀ ਕਿਰਪਾ ਹੁੰਦੀ, ਬਿਨਾਂ ਪਰਮੇਸ਼ਰ ਦੀ ਕਿਰਪਾ ਦੇ
ਜੇ ਮੈਂ ਕਹਾਂ ਮੈਂ ਫਕੀਰ ਬਣ ਜਾਂਗਾ, ਨਹੀਂ ਬਣ ਸਕਦਾ, ਅਸੀਂ ਨਹੀਂ ਤਿਆਗ ਸਕਦੇ। ਉਹਨੇ ਸਭ ਕੁਝ ਤਿਆਗ ਦਿੱਤਾ। ਬੈਠ ਸਦਨ ਮਹਿ ਸਭ ਸੋ ਖਾਹੋ। ਆਪਣੇ ਨੌਕਰ ਨੂੰ ਕਿਹਾ, ਜਾ ਮਿੱਤਰਾ, ਤੂੰ ਮੇਰਾ ਬਚਪਨ ਦਾ ਸਾਥੀ ਹੈ, ਆ ਲੈ ਜਾ ਜੋ ਕੁਝ ਮੇਰੇ ਕੋਲ ਬਚਿਆ ਖੁਚਿਆ, ਆਪਣੇ ਘਰ ਜਾ, ਇਹ ਸੋਨਾ ਚਾਂਦੀ ਜਿਹੜਾ ਤੈਨੂੰ ਦਿੱਤਾ ਹੈ, ਆਰਾਮ ਨਾਲ ਆਪਣੇ ਬਾਲ ਬੱਚੇ ਨੂੰ ਪਾਲੀ ਜਾਈਂ, ਰੋਟੀ ਪਾਣੀ ਖਵਾਈ ਜਾਵੀਂ ਅਤੇ ਆਪਣਾ ਗੁਜ਼ਾਰਾ ਚਲਾਈ ਜਾਵੀਂ। ਹੁਣ ਤੇਰੀ ਮੇਰੀ ਬਸ ਇੱਥੇ ਹੀ ਰਾਮ ਰਾਮ ਹੈ, ਇੱਥੇ ਹੀ ਖੈਰ ਸੱਲਾ ਹੈ, ਬਸ ਅੱਗੇ ਨੂੰ ਹੁਣ ਉਸ ਅਗਲੀ ਦਰਗਾਹ ਵਿੱਚ ਮੇਲ ਹੋਏਗਾ, ਹੋਰ ਕਿਤੇ ਮੇਲ ਨਹੀਂ ਹੋਵੇਗਾ। ਦੇਖ ਕੁਚਾਰ ਨਫਰ ਦੁੱਖ ਪਾਏ। ਉਹ ਨੌਕਰ, ਉਹ ਵਫਾਦਾਰ ਨੌਕਰ ਸੀਗਾ, ਸਾਰੀ ਜ਼ਿੰਦਗੀ ਦਾਰਾ ਸ਼ਿਕੋ ਦੇ ਨਾਲ ਰਿਹਾ ਸੀਗਾ। ਉਹ ਬੜਾ ਖਾਨਦਾਨੀ ਨੌਕਰ ਸੀ ਇਹਨਾਂ ਦਾ। ਮੁਗਲੀਆ ਖਾਨਦਾਨ ਵਿੱਚ ਸ਼ਾਹਜਹਾਨ ਬਾਦਸ਼ਾਹ, ਜਹਾਂਗੀਰ ਬਾਦਸ਼ਾਹ, ਇਹ ਇਹਨਾਂ ਦੇ ਜਿਹੜੇ ਖਾਨਦਾਨੀ ਨੌਕਰ ਸੀ ਨਾ, ਉਹ ਬੜੇ ਵਫਾਦਾਰ ਸੀਗੇ, ਹੁੰਦੇ ਹੀ ਆ ਕੁਦਰਤੀ। ਉਹ ਰੋਣ ਲੱਗ ਪਿਆ, ਬੜਾ ਦੁਖੀ ਹੋਇਆ, ਕਹਿੰਦਾ ਮਹਾਰਾਜ ਇਹ ਕੀ ਗੱਲ, ਪਹਿਲਾਂ ਸਾਰੀਆਂ ਫੌਜਾਂ ਸਾਰਾ ਕੁਝ ਰਾਜ ਭਾਗ ਛੱਡ ਕੇ ਆ ਗਏ, ਆਹ ਹੁਣ ਮਾੜਾ ਮੋਟਾ ਮੈਂ ਤੁਹਾਡੇ ਨਾਲ ਤੁਰਿਆ ਫਿਰਦਾ, ਤੁਹਾਡੀ ਸੇਵਾ ਕਰਦਾ, ਤੁਹਾਨੂੰ ਰੋਟੀ ਪਕਾ ਕੇ ਖਵਾਉਣਾ, ਤੁਸੀਂ ਇਹ ਵੀ ਸੇਵਾ ਮੇਰੇ ਤੋਂ ਖੋਹਣ ਲੱਗੇ ਹੋ। ਉਹ ਰੋਣ ਲੱਗ ਪਿਆ। ਰੁਦਤ ਆਪਨੇ ਧਾਮ ਸਿਧਾਏ। ਪਰ ਕਰ ਕੀ ਸਕਦਾ ਸੀ, ਮਾਲਕ ਦਾ ਹੁਕਮ ਮੰਨਣਾ ਸੀਗਾ। ਉਹ ਰੋਂਦਾ ਰੋਂਦਾ ਨੌਕਰ ਵਿਚਾਰਾ ਆਪਣੇ ਘਰ ਨੂੰ ਚਲਾ ਗਿਆ। ਨਿਰਭੈ ਹੋਏ ਕਰ ਦਾਰਾ ਸ਼ਿਕੋਹ। ਤੇ ਦਾਰਾ ਸ਼ਿਕੋ ਨਿਰਭੈ ਹੋ ਗਿਆ। ਜਿਹੜਾ ਮਾੜਾ ਜਿਹਾ ਡਰ ਸੀ ਨਾ ਅੱਗੇ ਵੀ ਪਿੱਛੇ ਫੌਜਾਂ ਲੱਗੀਆਂ ਨੇ, ਰੰਗਜੇਬ ਦੀਆਂ, ਮੈਨੂੰ ਫੜ ਲੈਣਗੀਆਂ, ਉਹ ਵੀ ਲਾਹ ਕੇ ਪਰੇ ਸੁੱਟ ਦਿੱਤਾ। ਫੜਦੀਆਂ ਦੇ ਫੜ ਲੈਣ, ਮਾਰਦੇ ਤੇ ਮਾਰ ਦੇਣ, ਮੌਤ ਦਾ ਕੀ ਹੈ, ਕੱਲ੍ਹ ਆਉਣੀ ਅੱਜ ਆ ਜਾਵੇ, ਇੱਦਾਂ ਦੀ ਅਵਸਥਾ ਬਣ ਗਈ। ਬੈਠਿਓ ਬਿਨਸੇ ਮਾਨ ਰੋ ਮੋਹ। ਹਾ ਬਹਿ ਗਿਆ ਆਨੰਦ ਦੇ ਵਿੱਚ, ਖੇੜਾ ਖਿੜ ਗਿਆ, ਬਾਗੋ ਬਾਗ ਹੋ ਗਿਆ। ਸਾਧ ਸੰਗਤ ਜੀ, ਜਦੋਂ ਬੰਦੇ ਦਾ ਡਰ ਲੈ ਜਾਂਦਾ ਨਾ, ਉਹ ਸਵਾਦ, ਉਹ ਆਨੰਦ ਕਿਹਾ ਨਹੀਂ ਜਾ ਸਕਦਾ। ਉਹ ਸਾਡੇ ਅੰਦਰ ਸਾਰਿਆਂ ਦੇ, ਆਪਾਂ ਜਿੰਨੇ ਵੀ ਆ ਨਾ, ਡਰ ਕਰਕੇ ਆਪਾਂ ਦੁਖੀ ਹਾਂ। ਕੱਲ੍ਹ ਨੂੰ ਕੀ ਬਣੇਗਾ, ਇੱਦਾਂ ਹੋ ਗਿਆ ਤਾਂ ਫਿਰ ਕੀ ਹੋਵੇਗਾ, ਇੱਦਾਂ ਹੋ ਗਿਆ ਤੇ ਫਿਰ ਕੀ ਹੋਵੇਗਾ। ਜੇ ਇਹ ਡਰ ਨਿਕਲ ਜਾਵੇ ਤੇ ਫਿਰ ਕਹਿਣ ਦਾ ਉਹ ਕਹੀ ਨਹੀਂ ਜਾ ਸਕਦੀ ਅਵਸਥਾ ਕੀ ਹੈ। ਦਾਰਾ ਸ਼ਿਕੋ ਨਿਰਭਉ ਜਪੈ ਸਗਲ ਭਉ ਮਿਟੈ। ਉਸ ਨਿਰਭਉ ਨਾਲ ਜੁੜ ਕੇ ਨਿਰਭਉ ਹੋ ਗਿਆ। ਹਿਤ ਹੇਰਨ ਨਰ ਮਿਲੇ ਕਨੇਰੇ। ਕਹਿੰਦੇ ਵੇਖਣ ਵਾਸਤੇ ਉਹਨੂੰ ਉਸ ਤਕੀਏ 'ਚ ਬੜੇ ਬੰਦੇ ਇਕੱਠੇ ਹੋ ਗਏ। ਕੰਨੋ ਕੰਨੀ ਘੁਸਰ ਮੁਸਰ ਪਤਾ ਲੱਗ ਜਾਂਦਾ। ਆਖੇ ਆ ਜਿਹੜਾ ਡੇਰੇ 'ਚ ਬੰਦਾ ਆਇਆ ਨਵਾਂ, ਇਹ ਕੌਣ ਹੈ? ਕਿਸੇ ਨੇ ਕਿਹਾ ਇਹ ਦਾਰਾ ਸ਼ਿਕੋ ਹੈ, ਹਿੰਦੁਸਤਾਨ ਦਾ ਬਾਦਸ਼ਾਹ, ਵਲੀਐਦ, ਸ਼ਾਹਜਹਾਨ ਦਾ ਪੁੱਤਰ, ਔਰੰਗਜ਼ੇਬ ਦਾ ਭਰਾ ਹੈ। ਅੱਛਾ, ਇੱਕ ਦੂਜਾ ਆਇਆ, ਉਹ ਵੇਖਣ ਲੱਗ ਪਿਆ। ਵੇਖਾ ਵੇਖੀ ਤਮਾਸ਼ਬੀਨ ਕਈ ਆ ਗਏ। ਸਭ ਮਹਿ ਬੋਲ ਉਠਿਓ ਤਿਸ ਬੇਰੇ। ਜਦੋਂ ਸਾਰੇ ਇਕੱਠੇ ਹੋ ਗਏ ਤੇ ਇੱਥੇ ਤਾਂ ਬੇਪਰਵਾਹੀਆਂ ਹੋ ਗਈਆਂ ਸਨ, ਤੇ ਬੇਪਰਵਾਹ ਹੋ ਕੇ ਸਾਰਿਆਂ ਵਿੱਚ ਉੱਚੀ ਆਵਾਜ਼ 'ਚ ਬੋਲਿਆ ਦਾਰਾ ਸ਼ਿਕੋ। ਇਹੋ ਤਨ ਦਾਰਾ ਸ਼ਿਕੋ ਹੋ ਨਿਹਾਰੋ। ਭਾਈ ਆਹ ਜਿਹੜਾ ਸਰੀਰ ਹੈ ਇਹ ਦਾਰਾ ਸ਼ਿਕੋ ਦਾ ਹੈ, ਪਰ ਇਹ ਦਾਰਾ ਸ਼ਿਕੋ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਸਰੀਰ ਹੈ ਉਹਦਾ। ਇਹ ਸਰੀਰ ਜਿਹੜਾ ਤੁਸੀਂ ਦੇਖ ਰਹੇ ਹੋ, ਆਮ ਲੋਕਾਂ ਦੀ ਅਤੇ ਬ੍ਰਹਮ ਗਿਆਨੀਆਂ ਦੀ ਬੋਲੀ 'ਚ ਫਰਕ ਪੈ ਜਾਂਦਾ। ਅਸੀਂ ਜਿਨ੍ਹਾਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਉਹਨਾਂ ਕੋਲ ਕਿਸੇ ਨੇ ਪੁੱਛਣਾ, ਮਹਾਰਾਜ ਤੁਹਾਡੀ ਉਮਰ ਕਿੰਨੀ ਹੈ? ਉਹ ਕਹਿੰਦੇ ਇਸ ਸਰੀਰ ਦੀ ਉਮਰ ਇੰਨੀ ਹੈ। ਇਸ ਸਰੀਰ ਦੀ, ਮੇਰੀ ਨਹੀਂ, ਮੈਂ ਹੋਰ ਹਾਂ, ਸਰੀਰ ਹੋਰ ਹੈ। ਮੈਂ ਇਸ ਸਰੀਰ ਤੋਂ ਪਹਿਲਾਂ ਵੀ ਸੀ, ਮੈਂ ਇਸ ਸਰੀਰ ਤੋਂ ਬਾਅਦ ਵੀ ਰਹਿਣਾ। ਇਹ ਤਾਂ ਵਿੱਚ ਕਿਰਾਏ ਦਾ ਮਕਾਨ ਹੈ। ਜਿਵੇਂ ਕੋਈ ਮੰਨ ਲਓ ਬੰਦਾ ਕਿਰਾਏ ਦਾ ਮਕਾਨ ਲੈਂਦਾ ਅਤੇ ਉਹਨੂੰ ਕੋਈ ਪੁੱਛੇ ਬਈ ਤੁਸੀਂ ਇਸ ਮਕਾਨ ਵਿੱਚ ਕਦੋਂ ਦੇ ਹੋ, ਉਹ ਇਹ ਕਹੇਗਾ ਵੀ ਸਾਲ ਹੋ ਗਿਆ, 2 ਸਾਲ ਹੋ ਗਿਆ। ਪਰ ਇਹ ਤਾਂ ਨਹੀਂ ਕਹੇਗਾ ਵੀ ਮੈਂ ਸਾਲ ਹੋਇਆ ਇਸ ਮਕਾਨ 'ਚ, ਜੰਮਿਆ ਮੈਂ ਇੱਥੇ, ਨਹੀਂ। ਉਹ ਜੰਮਿਆ ਤਾਂ ਪਹਿਲੇ ਦਾ ਹੀ ਆ। ਆਤਮਾ ਦੇ ਸਰੀਰ ਤੋਂ ਬਹੁਤ ਪਹਿਲੇ ਦੀ ਹੈ, ਅਤੇ ਸਰੀਰ ਤੋਂ ਬਾਅਦ ਵੀ ਸਦਾ ਹੀ ਰਹਿਣੀ ਹੈ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਤਾਂ ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੇ ਰਾਮ ਬਸੈ ਮਨ ਮਾਹੇ। ਉਹ ਅਵਸਥਾ 'ਚ ਪਹੁੰਚਿਆ। ਕਹਿੰਦਾ ਆਹ ਜਿਹੜਾ ਸਰੀਰ ਤੁਸੀਂ ਦੇਖ ਰਹੇ ਹੋ ਨਾ, ਇਹ ਦਾਰਾ ਸ਼ਿਕੋ ਦਾ ਹੈ ਬਈ, ਦੇਖ ਲਓ। ਹਾਂਜੀ, ਆਏ ਗੋਹ ਰਿਪ ਚਹਿ ਕੇ ਮਾਰੋ। ਇਸ ਸਰੀਰ ਨੂੰ ਫੜਨਾ ਫੜ ਲਓ। ਦੁਸ਼ਮਣੋ, ਜੇ ਮਾਰਨਾ ਚਾਹੁੰਦੇ ਹੋ ਤੇ ਮਾਰ ਦਿਓ,
ਮੈਨੂੰ ਤੁਸੀਂ ਮਾਰ ਨਹੀਂ ਸਕਦੇ, ਕਿਉਂਕਿ ਮਰਨ ਹਾਰੇ ਜੀਰਾ ਨਾ ਹੈ, ਤੇ ਸਰੀਰ ਤੁਹਾਡਾ ਜੇ ਤੁਸੀਂ ਮਾਰਨਾ ਤਾਂ ਮਾਰ ਦਿਓ। ਸੁਨ ਸੁਨ ਲੋਕ ਸਕਲ ਬਿਸਮਾਏ। ਉਹਦੀਆਂ ਇਹ ਗੱਲਾਂ, ਇਹ ਐਲਾਨਨਾਮਾ ਸੁਣ ਕੇ ਸਭ ਲੋਕ ਮੂੰਹ ਚੁੰਗਲਾਂ ਪਾ ਰਹੇ ਸਨ, ਹੈਰਾਨ ਹੋ ਰਹੇ ਸਨ। ਕਿਉਂ ਨਹਿ ਦੁਰੈ ਤਰਾਸ ਕੋ ਪਾਏ। ਕਹਿੰਦੇ ਇਹ ਬੰਦਾ ਡਰਦਾ ਕਿਉਂ ਨਹੀਂ? ਇਹਦੇ ਪਿੱਛੇ ਤਾਂ ਹਿੰਦੁਸਤਾਨ ਦੀ ਸਾਰੀ ਫੌਜ ਲੱਗੀ। ਔਰੰਗਜ਼ੇਬ ਨੇ 22 ਲੱਖ ਫੌਜਾਂ ਉਹਦੇ ਕੋਲ, ਥਾਂ ਥਾਂ ਤੇ ਉਹਨੇ CIDਆਂ ਛੱਡੀਆਂ, ਟੁਕੜੀਆਂ ਫੌਜ ਦੀਆਂ ਵੰਡੀਆਂ ਹੋਈਆਂ, ਸੂਬੇਦਾਰਾਂ ਨੂੰ, ਜ਼ਿਲ੍ਹੇਦਾਰਾਂ ਨੂੰ, ਪਰਗਣੇਦਾਰਾਂ ਨੂੰ, ਅਫਸਰਾਂ ਨੂੰ ਹੁਕਮਨਾਮੇ ਭੇਜੇ ਆ ਦਿੱਲੀ ਦਰਬਾਰ 'ਚੋਂ ਵੀ ਜਿੱਥੇ ਦਾਰਾ ਸ਼ਿਕੋਹ ਮਿਲੇ ਉਹਨੂੰ ਗ੍ਰਿਫਤਾਰ ਕਰਕੇ ਦਿੱਲੀ ਭੇਜੋ। ਕੇਤਕ ਗਏ ਸੁਨਾਵਨ ਕਾਰਨ। ਤੇ ਕਈ ਵਿੱਚ ਮੁਖਬਰ ਵੀ ਹੁੰਦੇ ਆ, ਚਮਚੇ ਵੀ ਹੁੰਦੇ ਸਰਕਾਰ ਦੇ, ਜਿਨ੍ਹਾਂ ਦੇ ਅੰਦਰ ਪੱਥਰ ਦਿਲ ਹੁੰਦੇ ਸਾਧ ਸੰਗਤ ਜੀ। ਇਹਦੇ ਇੱਥੇ ਨਾ ਧਰਤੀ ਦੇ ਉੱਤੇ ਦੇਵਤੇ ਵੀ ਨੇ ਤੇ ਦੈਂਤ ਵੀ ਨੇ। ਦੇਵਤੇ ਭਲਾ ਕਰਦੇ ਨੇ, ਦੈਂਤ ਲੋਕਾਂ ਦਾ ਬੁਰਾ ਕਰਦੇ ਨੇ। ਉਹ ਬੁਰਾ ਕਰਨ ਵਾਲੇ ਬੰਦੇ ਗਏ ਫਿਰ ਸਰਕਾਰੀ ਬੰਦਿਆਂ ਨੂੰ ਮਿਲਣ ਵਾਸਤੇ, ਆਪਣੇ ਨੰਬਰ ਬਣਾਉਣ ਲਈ। ਜਿਵੇਂ ਗੰਗੂ ਬਾਹਮਣ ਨੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਾਉਣ ਵਾਸਤੇ, ਆਪਣੇ ਨੰਬਰ ਬਣਾਉਣ ਵਾਸਤੇ ਜਾ ਕੇ ਮੋਰਿੰਡੇ ਥਾਣੇ 'ਚ ਇਹ ਚੁਗਲੀ ਖਾਧੀ ਸੀ ਵੀ ਮੇਰੇ ਘਰ ਗੁਰੂ ਦੀ ਮਾਤਾ ਤੇ ਗੁਰੂ ਦੇ 2 ਬੱਚੇ ਹਨ। ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਾਤਾ ਸੀ। ਅੱਜ ਉਸੇ ਤਰ੍ਹਾਂ ਕੁਝ ਬੰਦਿਆਂ ਨੇ ਦਾਰੇ ਨੂੰ ਵੀ ਗ੍ਰਿਫਤਾਰ ਕਰਾ ਦਿੱਤਾ। ਜੋ ਜਹ ਕਹਿ ਫਿਰ ਕਰਹਿ ਨਿਹਾਰਨ। ਜਿਹੜੀਆਂ ਫੌਜਾਂ ਫਿਰਦੀਆਂ ਸਨ, ਟੁਕੜੀਆਂ ਲੱਭਦੀਆਂ ਫਿਰਦੀਆਂ ਸਨ, ਉਹਨਾਂ ਨੂੰ ਦੱਸਿਆ। ਨੌਰੰਗ ਕੇ ਉਮਰਾਵ ਵਡੇਰੇ। ਔਰੰਗਜ਼ੇਬ ਦੇ ਵੱਡੇ ਵੱਡੇ ਅਫਸਰ ਲੱਭਣ ਫਿਰਦੇ ਸਨ। ਖੋਜਤ ਲਸ਼ਕਰ ਫਿਰਤ ਕਨੇਰੇ। ਉਹ ਥਾਂ ਥਾਂ ਤੇ ਲਸ਼ਕਰ ਫਿਰਦੇ ਸੀ, ਦਾਰਾ ਸ਼ਿਕੋਹ ਨੂੰ ਲੱਭ ਰਹੇ ਸਨ। 300 ਕਹਿਓ ਜਾਏ ਤਤਕਾਲਾ। ਉਹਨਾਂ ਨੂੰ ਜਾ ਕੇ ਚੁਗਲਖੋਰਾਂ ਨੇ ਚੁਗਲੀ ਕੀਤੀ। ਸੁਨ ਕਰ ਦੌਰੇ ਕੀਨ ਉਤਾਲਾ। ਵੀ ਫਲਾਣੇ ਡੇਰੇ ਵਿੱਚ, ਤਕੀਏ ਵਿੱਚ ਦਾਰਾ ਸ਼ਿਕੋਹ ਬੈਠਾ, ਜਾ ਕੇ ਫੜ ਲਓ। ਤੇ ਉਹ ਪੁਲਿਸ ਵਾਲੇ ਜਿਹੜੇ ਸੀ ਘੋੜਿਆਂ ਤੇ ਚੜ੍ਹੇ ਤੇ ਡੇਰੇ ਨੂੰ ਘੇਰਾ ਪਾ ਲਿਆ। ਸਮਸਰ ਪਰਮਹੰਸ ਜਹ ਬੈਸਾ। ਆਹਾ ਅੱਗੇ ਕਿੱਦਾਂ ਬੈਠਾ? ਖੁਸ਼ੀ ਨਾਲ, ਪ੍ਰਸੰਨਤਾ ਨਾਲ, ਜਿਵੇਂ ਪਰਮਹੰਸ ਬ੍ਰਹਮ ਗਿਆਨੀ ਬੈਠੇ ਹੁੰਦੇ ਆ, ਉੱਦਾਂ ਬੈਠਾ ਹੋਇਆ ਹੈ। ਨਿਰਭੈ ਤ੍ਰਿਲੋਕੀ ਪਤ ਹੈ ਜੈਸਾ। ਜਿਵੇਂ 3 ਲੋਕਾਂ ਦਾ ਮਾਲਕ ਹੋਵੇ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਤਾ। ਉਹਨੂੰ ਦਾ ਸਾਰੀ ਸ੍ਰਿਸ਼ਟੀ ਦਾ ਰਾਜ ਉਹਦੇ ਚਰਨਾਂ ਵਿੱਚ ਹੁੰਦਾ, ਉਸ ਆਨੰਦ ਵਿੱਚ ਬੈਠਾ ਹੈ। ਆਨ ਬਿਲੋਕਿਓ ਦੁਸ਼ਟਨ ਤਹਾਏ। ਦੁਸ਼ਟਾਂ ਦੀ ਧਾੜ ਆਈ, ਉਹਨਾਂ ਨੇ ਆ ਕੇ ਇਸ ਮਹਾਂਪੁਰਸ਼ ਦਾਰਾ ਸ਼ਿਕੋਹ ਨੂੰ ਬੈਠਿਆਂ ਵੇਖਿਆ। ਗਹਿ ਕਰ ਲੀਨ ਮਤੰਗ ਚੜਾਏ। ਤੇ ਆ ਕੇ ਗ੍ਰਿਫਤਾਰ ਕਰ ਲਿਆ। ਹੱਥ ਕੜੀਆਂ, ਬੇੜੀਆਂ ਲੋਹੇ ਦੀਆਂ 'ਚ ਜਕੜ ਲਿਆ, ਸੰਗਲ ਮਾਰ ਲਏ ਤੇ ਹਾਥੀ ਦੇ ਉੱਤੇ ਚਾੜ ਕੇ ਪਿੰਜਰੇ 'ਚ ਬੰਦ ਕਰ ਲਿਆ। ਲੈ ਕਰ ਦਿੱਲੀ ਪੁਰ ਕੋ ਗਏ। ਤੇ ਇਹਨੂੰ ਲੈ ਕੇ ਦਿੱਲੀ ਨੂੰ ਵਾਪਸ ਪਰਤ ਗਏ। ਦੁਸ਼ਮਨ ਦੁਸ਼ਟ ਹਰਖ ਜੁਤ ਭਏ। ਜਿਹੜੇ ਦੁਸ਼ਮਣ ਸਨ ਉਹ ਖੁਸ਼ ਹੋਏ ਵੀ ਦਾਰਾ ਸ਼ਿਕੋਹ ਫੜਿਆ ਗਿਆ ਹੈ। ਪਾਪ ਆਤਮਾ ਨੌਰੰਗ ਮਹਾ। ਪਾਪੀ ਦੁਸ਼ਟ ਆਤਮਾ ਔਰੰਗਜ਼ੇਬ ਕਰ ਕੈ ਕੈਦ ਬਿਠਾਇਓ ਤਹਾਂ। ਉਸਨੇ ਦਾਰਾ ਸ਼ਿਕੋਹ ਨੂੰ ਜੇਲ੍ਹ 'ਚ ਸਿੱਟ ਦਿੱਤਾ। ਦੋਹਰਾ ਹਰਖਿਓ ਨੌਰੰਗ ਦੁਰਮਤੀ। ਔਰ ਬੜਾ ਖੁਸ਼ ਹੋਇਆ ਔਰੰਗਾ। ਸ਼ਰਾ ਫਾਸ ਗਰ ਜਾਹੇ। ਜਿਹਦੇ ਗਲ ਵਿੱਚ ਸ਼ਰਾ ਦੀ ਫਾਹੀ ਪਈ ਹੋਈ ਹੈ। ਚਾਹਤ ਹੱਥ ਵੱਡ ਭਰਾਤ ਕੋ। ਆਪਣੇ ਵੱਡੇ ਭਰਾ ਦਾਰਾ ਸ਼ਿਕੋਹ ਨੂੰ ਕਤਲ ਕਰਨਾ ਚਾਹੁੰਦਾ ਔਰੰਗਜ਼ੇਬ। ਲੈ ਮਸਲਤ ਸਭ ਪਾਹੇ। ਤੇ ਆਪਣੇ ਸਲਾਹਕਾਰਾਂ ਨਾਲ ਸਲਾਹ ਕਰਦਾ। ਉਹ ਜਿਹੜੇ ਉਹਦੇ ਦੁਸ਼ਟ ਬੰਦੇ, ਉਹਦੇ ਕਹਿਣੇ ਦੇ ਚੱਲਦੇ, ਇਸ਼ਾਰੇ ਦੇ ਚੱਲਦੇ, ਉਹਨਾਂ ਨੇ ਫਤਵਾ ਲਾਇਆ। ਪਰ ਜਿਹੜੇ ਰੱਬ ਦੇ ਪਿਆਰੇ ਸੀਗੇ, ਉਹਨਾਂ ਨੇ ਇਸ ਦੇ ਵਿਰੋਧ ਵਿੱਚ ਵੀ ਲਿਖਿਆ। ਕੱਲ੍ਹ ਨੂੰ ਆਪਾਂ ਇਹਨਾਂ 372 ਲਿਖਤਾਂ ਹੋਈਆਂ ਸਨ। 372 ਵਕੀਲ ਕਹਿ ਲਓ ਪੁੱਛੇ ਗਏ ਸਨ ਉਸ ਕੇਸ ਵਿੱਚ, ਉਸ ਮੁਕੱਦਮੇ ਵਿੱਚ, ਦਾਰਾ ਸ਼ਿਕੋਹ ਦੇ ਹੱਕ ਵਿੱਚ ਵੀ ਤੇ ਵਿਰੋਧ ਵਿੱਚ ਵੀ। 372 ਲਿਖਤਾਂ ਆਈਆਂ ਸਨ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਤਾਂ ਜਿਹੜੇ ਔਰੰਗਜ਼ੇਬ ਤੋਂ ਡਰਦੇ ਸੀਗੇ, ਉਹਨਾਂ ਨੇ ਤਾਂ ਦਾਰਾ ਸ਼ਿਕੋਹ ਦੇ ਖਿਲਾਫ ਲਿਖਿਆ ਸੀ। ਪਰ ਜਿਹੜੇ ਰੱਬ ਤੋਂ ਡਰਦੇ ਸੀ, ਉਹਨਾਂ ਨੇ ਦਾਰੇ ਦੇ ਹੱਕ 'ਚ ਲਿਖਿਆ ਸੀ। ਪਰ ਹੱਕ 'ਚ ਕੌਣ ਸੁਣਦਾ ਸੀ? ਉਹ ਜ਼ਾਲਮਾਂ ਨੇ ਉਹਨੂੰ ਸ਼ਹੀਦ ਕੀਤਾ ਸੀ। ਆਪਾਂ ਕੱਲ੍ਹ ਨੂੰ ਇਹ ਕਥਾ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ।